ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਵਾਹਿਗੁਰੂ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲਿੰਦਰੀ ਤਟ ਸ੍ਰੀ ਗੁਰੂ ਗਿਰ ਪ੍ਰਸੰਗ ਕੋ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਇਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਲੜੀਵਾਰ ਕਥਾ ਹੈ, ਜਿਸ ਨੂੰ ਕਥਨ ਕਰਨ ਤੇ ਸੁਣਨ ਦਾ ਬੜਾ ਵੱਡਾ ਪੁੰਨ ਤੇ ਮਹਾਤਮ ਹੈ। ਜੋ ਇਹ ਕਥਾ ਸੁਨਿਆ ਰਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕੁਰੂਕਸ਼ੇਤਰ ਆਦਿਕ ਤੀਰਥਾਂ ਨੂੰ ਪਵਿੱਤਰ ਕਰਦਿਆਂ ਭਗਵਾਨ ਕ੍ਰਿਸ਼ਨ ਜੀ ਦੀ ਨਗਰੀ ਮਥੁਰਾ ਪਹੁੰਚੇ ਹਨ। ਮਥੁਰਾ ਵਿੱਚ ਅੱਜ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਕ ਪਵਿੱਤਰ ਸਥਾਨ ਹੈ ਔਰ ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਤੱਖ ਕਰਾਮਾਤ ਵਰਤਦੀ ਹੈ। ਪੂਰੇ ਮਥੁਰਾ ਸ਼ਹਿਰ ਦਾ ਪਾਣੀ, ਜ਼ਮੀਨੀ ਪਾਣੀ ਪੀਣ ਦੇ ਲਾਇਕ ਨਹੀਂ, ਖਾਰਾ ਹੈ।
ਪਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਉਸ ਖੂਹ ਦਾ ਜਲ ਮਿੱਠਾ ਹੈ। ਅੱਜ ਵੀ ਉਸ ਜਲ ਦੀ ਵਰਤੋਂ ਕੀਤੀ ਜਾਂਦੀ ਹੈ। ਮਥੁਰਾ ਆਏ ਨੇ, ਇਹ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈ। ਨੇੜੇ ਤੇੜੇ ਬ੍ਰਿਜ, ਵਰਿੰਦਾਵਨ, ਇਹ ਉਹਨਾਂ ਦੀ ਲੀਲਾ ਦੀ ਥਾਂ ਹੈ। ਰਮਣ ਰੇਤੀ ਆਦਿਕ ਨੇੜੇ ਤੇੜੇ ਅਸਥਾਨ ਨੇ। ਉੱਥੇ ਭਗਵਾਨ ਕ੍ਰਿਸ਼ਨ ਜੀ ਵਿਚਰਦੇ ਰਹੇ ਨੇ। ਦੁਆਪਰ ਯੁੱਗ ਦੇ ਅਵਤਾਰ ਸਨ, ਮਾਲਕ ਸਨ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਮਹਾਰਾਜ ਜੀ ਦੀ ਬਾਣੀ ਵਿੱਚ ਬਚਨ ਆਉਂਦਾ। ਉੱਥੇ ਨੇੜੇ ਇੱਕ ਪਹਾੜ ਹੈ, ਉਸ ਪਹਾੜ ਦਾ ਨਾਮ ਹੈ ਗੋਵਰਧਨ ਪਹਾੜ। ਹਿੰਦੂ ਵੀਰਾਂ ਵਿੱਚ ਉਸ ਪਹਾੜ ਪ੍ਰਤੀ ਬੜੀ ਆਸਥਾ ਹੈ, ਉਹਦੀ ਉਹ ਪਰਿਕਰਮਾ ਕਰਦੇ ਹੈ। ਜਦੋਂ ਵੀ ਤੁਸੀਂ ਉੱਥੇ ਜਾਓਗੇ ਤੁਹਾਨੂੰ ਉੱਥੇ ਪਰਿਕਰਮਾ ਕਰਦੇ ਲੋਕ ਨਜ਼ਰ ਆਉਣਗੇ। ਬੜੇ ਬੜੇ ਮਹਾਤਮਾ ਤਪਸਵੀ ਜਿਹੜੇ ਨੇ ਹਿੰਦੂ ਮਤ ਦੇ, ਉਸ ਗੋਵਰਧਨ ਪਹਾੜ ਦੀ ਪਰਿਕਰਮਾ ਕਰਦੇ ਨੇ। ਚਾਰੇ ਪਾਸੇ ਦੌੜ ਕੇ ਵੀ ਪਰਿਕਰਮਾ ਕਰਦੇ, ਉਹਨੂੰ ਪਵਿੱਤਰ ਸਮਝਦੇ। ਗੋਵਰਧਨ ਪਹਾੜ ਉਹਦੀ ਜਿਹੜੀ ਸਾਖੀ ਹੈ, ਜੋ ਹਿੰਦੂ ਸਾਹਿਤ ਵਿੱਚ ਲਿਖੀ ਮਿਲਦੀ ਹੈ ਸਨਾਤਨ ਧਰਮ ਵਿੱਚ, ਉਹਦਾ ਜ਼ਿਕਰ ਕੱਲ੍ਹ ਆਪ ਜੀ ਨੇ ਸੁਣਿਆ ਕਿ ਜਦੋਂ ਭਗਵਾਨ ਰਾਮ ਜੀ ਪੁਲ ਬੰਨ੍ਹ ਰਹੇ ਸੀ ਤਾਂ ਇਹ ਪਹਾੜ ਚੁੱਕ ਕੇ ਲਿਜਾਣ ਲੱਗੇ ਹਨੂਮਾਨ ਜੀ। ਤਾਂ ਉਹਨਾਂ ਕਿਹਾ ਸੀ ਉੱਥੇ ਲੈ ਕੇ ਜਾਈਂ ਜਿੱਥੇ ਉਹਨਾਂ ਦੇ ਚਰਨ ਪੈਣਗੇ। ਪਰ ਇੰਨੇ ਨੂੰ ਪੁਲ ਬਣ ਕੇ ਸੰਪੂਰਨ ਹੋ ਗਿਆ, ਇਹ ਪਹਾੜ ਇੱਥੇ ਰੱਖਣਾ ਪਿਆ। ਤਾਂ ਇਹਨੇ ਹਨੂਮਾਨ ਜੀ ਨੂੰ ਉਲਾਂਭਾ ਦਿੱਤਾ ਵੀ ਤੂੰ ਤਾਂ ਮੈਨੂੰ ਇਹ ਕਹਿ ਕੇ ਚੁੱਕ ਕੇ ਲਿਆਇਆ ਸੀ। ਫਿਰ ਭਗਵਾਨ ਰਾਮ ਜੀ ਤੱਕ ਗੱਲ ਪਹੁੰਚੀ ਤਾਂ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਕਿ ਦੁਆਪਰ ਯੁੱਗ ਦੇ ਵਿੱਚ ਅਸੀਂ ਅਵਤਾਰ ਧਾਰਨ ਕਰਕੇ ਇਹਦੇ 'ਤੇ ਲੀਲਾ ਕਰਾਂਗੇ, ਉਦੋਂ ਸਾਡੇ ਚਰਨ ਇਹਦੇ 'ਤੇ ਪੈਣਗੇ। ਇਸ ਕਰਕੇ ਇਸ ਪਹਾੜ ਨੂੰ ਪਵਿੱਤਰ ਸਮਝਿਆ ਜਾਂਦਾ ਹੈ, ਕਿਉਂਕਿ ਭਗਵਾਨ ਕ੍ਰਿਸ਼ਨ ਜੀ ਇੱਥੇ ਲੀਲਾ ਕਰਦੇ ਰਹੇ ਨੇ। ਜਿਸ ਵਕਤ ਇੰਦਰ ਦੀ ਕਰੋਪੀ ਹੋਈ ਉਸ ਵੇਲੇ ਇਸੇ ਪਹਾੜ ਨੂੰ ਭਗਵਾਨ ਜੀ ਨੇ ਆਪਣੇ ਹੱਥ ਦੇ ਉੱਪਰ ਚੁੱਕ ਕੇ ਸਾਰੇ ਬ੍ਰਿਜ ਵਾਸੀਆਂ ਨੂੰ ਬਚਾਇਆ ਸੀ। ਤੋ ਇਸ ਤਰ੍ਹਾਂ ਇਹ ਕ੍ਰਿਸ਼ਨਾ ਅਵਤਾਰ ਕਥਾ ਹੈ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਲਿਖੀ ਹੈ ਦਸਮ ਗ੍ਰੰਥ ਸਾਹਿਬ ਵਿੱਚ। ਉਹਦੇ 'ਚ ਬੜੇ ਵਿਸਥਾਰ ਸਹਿਤ ਤੇ ਸਾਰੇ ਪ੍ਰਸੰਗ ਆਉਂਦੇ ਨੇ। ਮਥੁਰਾ ਮੰਡਲ ਕੇ ਵਿਖੇ ਜਨਮ ਧਰਿਓ ਜਗ ਰਾਏ। ਤੋ ਭਗਵਾਨ ਕ੍ਰਿਸ਼ਨ ਜੀ ਦੀ ਇਹ ਜਨਮ ਭੂਮੀ ਹੈ। ਬੜਾ ਵੱਡਾ ਪ੍ਰਸਿੱਧ ਮੰਦਰ ਹੈ, ਭਗਵਾਨ ਕ੍ਰਿਸ਼ਨ ਜੀ ਦਾ ਜਨਮ ਸਥਾਨ ਹੈ ਇੱਥੇ। ਤੋ ਗੁਰੂ ਨਾਨਕ ਸਾਹਿਬ ਜੀ ਜਿਹੜੀ ਇੱਥੇ ਕੁਰੀਤੀਆਂ ਫੈਲੀਆਂ ਹੋਈਆਂ ਸੀ ਤੀਰਥਾਂ ਦੇ ਉੱਤੇ, ਕਿਉਂਕਿ ਤੀਰਥ ਮਾੜੇ ਨਹੀਂ ਸੀ, ਉਹਨਾਂ ਤੀਰਥਾਂ ਦੇ ਉੱਤੇ ਲੋਕ ਬਦ ਫੈਲੀਆਂ ਕਰਨ ਲੱਗ ਪਏ ਸੀ। ਉਹਨਾਂ ਬਦ ਫੈਲੀਆਂ ਨੂੰ ਸਤਿਗੁਰੂ ਜੀ ਨੇ ਵਰਤਿਆ। ਜਿਹੜੇ ਲੋਕ ਪਖੰਡੀ ਹੋ ਗਏ ਸੀ, ਦੁਰਾਚਾਰੀ ਹੋ ਗਏ ਸੀ, ਉਹਨਾਂ ਨੂੰ ਮਹਾਰਾਜ ਜੀ ਨੇ ਸੁਮੱਤ ਪ੍ਰਦਾਨ ਕੀਤੀ ਹੈ। ਇੱਥੇ ਵੀ ਬੜੇ ਕੁਕਰਮ ਹੋ ਰਹੇ ਸੀ, ਰਾਸ ਲੀਲਾ ਕਰਦੇ ਸਨ। ਰਾਸ ਲੀਲਾ ਦੇ ਨਾਂ ਉੱਤੇ ਬੜੇ ਬੜੇ ਵਿਭਚਾਰ ਕਰਦੇ ਸਨ। ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਨੂੰ ਸਦਬੁੱਧੀ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ, ਮਿਲੈ ਦਾਨ ਸੰਤ ਰੇਨ ਜਿਹੇ ਲਗ ਭਵਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ। ਜਨ ਨਾਨਕ ਗੁਰ ਪਾਰ ਬ੍ਰਹਮ, ਆਪ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਵਿੱਤਰ ਪਾਵਨ ਚਰਨਾਂ ਨੂੰ ਆਪਣੇ ਹਿਰਦਿਆਂ 'ਚ ਵਸਾਓ। ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਦੋਹਰਾ। ਕਾਲਿੰਦਰੀ ਤਟ ਸ੍ਰੀ ਗੁਰੂ ਬੈਠੇ ਸਰਬ ਸੁਨਾਏ। ਕਾਲਿੰਦਰੀ ਕਹਿੰਦੇ ਨੇ ਜਮਨਾ ਨੂੰ, ਕਿਉਂਕਿ ਮਥੁਰਾ ਦੇ ਨੇੜੇ ਜਮਨਾ ਨਦੀ ਵਗਦੀ ਹੈ। ਜਮਨਾ ਕੈ ਕੂਲ ਜਿਨ ਖੇਲਿਓ ਜਿਨ ਗਿੰਦ ਜੀਓ, ਕਬਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ ਜਿਸੈ ਦਹੀਂ ਭਾਤ ਖਾਹੇ ਜੀਓ। ਤੋ ਜਮਨਾ ਦਾ ਕਿਨਾਰਾ ਹੈ। ਜਮਨਾ ਦੇ ਕਿਨਾਰੇ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ। ਮਰਦਾਨਾ ਹਰਖਤ ਭਇਓ ਗਿਰ ਪ੍ਰਸੰਗ ਕੋ ਪਾਏ। ਜਦੋਂ ਗੋਵਰਧਨ ਪਹਾੜ ਦੀ ਸਾਰੀ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਸੁਣਾਈ, ਸੁਣ ਕੇ ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਚੌਪਈ ਤੇ ਸਥਾਨ ਮੇਲਾ ਥੋ ਭਾਰੀ। ਜਦੋਂ ਸਤਿਗੁਰੂ ਜੀ ਇੱਥੇ ਆਏ ਸਨ, ਇੱਥੇ ਬੜਾ ਵੱਡਾ ਮੇਲਾ ਲੱਗਾ ਹੋਇਆ ਸੀ। ਜਨਮ ਅਸ਼ਟਮੀ ਦੇ ਦਿਨਾਂ ਵਿੱਚ ਸਤਿਗੁਰੂ ਜੀ ਆਏ ਸਨ ਇੱਥੇ। ਤੋ ਜਨਮ ਅਸ਼ਟਮੀ ਦੇ ਦਿਨਾਂ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਣ ਕਰਕੇ ਬੜਾ ਵੱਡਾ ਮੇਲਾ ਇਸ ਜਗ੍ਹਾ ਤੇ ਲੱਗਦਾ ਸੀ। ਪਰਬ ਲਖਿਓ ਆਏ ਨਰ ਨਾਰੀ। ਪਰਬ ਜਾਣ ਕੇ, ਮੇਲੇ ਦਾ ਦਿਨ ਜਾਣ ਕੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ 'ਚ ਨਰ ਨਾਰੀਆਂ ਉਹ ਇੱਥੇ ਆਣ ਕੇ ਇਕੱਤਰ ਹੋ ਰਹੇ ਹਨ। ਬ੍ਰਹਮਚਾਰੀ ਬੈਰਾਗੀ ਜਤੀ। ਬੜੇ ਬੜੇ ਬ੍ਰਹਮਚਾਰੀ, ਬੈਰਾਗੀ, ਜਤੀ ਤੇ ਸੰਨਿਆਸੀ ਲੋਕ ਉਹ ਆਏ ਹੋਏ ਨੇ। ਬਹੁਤ ਵੈਸ਼ਨੋ ਦਿਸ਼ ਪਟ ਸਤੀ। ਜਿਹੜੇ ਵੈਸ਼ਨਵ ਮਤ ਦੇ ਧਾਰਨੀ ਸਤੀ ਉਹ ਵੀ ਸਾਰੇ ਆਏ ਹੋਏ ਹਨ। ਤਪੀ ਔਰ ਸੰਨਿਆਸੀ ਆਏ। ਬੜੇ ਬੜੇ ਤਪਸਵੀ ਤੇ ਬੜੇ ਬੜੇ ਸੰਨਿਆਸੀ ਲੋਕ ਜਿਹੜੇ ਨੇ ਉਹ ਚੱਲ ਕੇ ਆਏ ਹੋਏ ਹਨ। ਬ੍ਰਿਜ ਬਿਖੈ ਨਰ ਪੁੰਜ ਸੁਹਾਏ। ਬ੍ਰਿਜ ਦੀ ਭੂਮੀ ਹੈ ਇਹ ਸਾਰੀ, ਬਹੁਤ ਸਾਰੇ ਲੋਕ ਇੱਥੇ ਸ਼ੋਭਨੀਕ ਹੋ ਰਹੇ ਨੇ। ਹਜ਼ਾਰਾਂ ਦੀ ਗਿਣਤੀ 'ਚ ਲੋਕ ਬ੍ਰਿਜ ਭੂਮੀ ਦੇ ਦਰਸ਼ਨਾਂ ਨੂੰ ਆਏ ਹਨ। ਸ਼੍ਰੀ ਗੁਰੂ ਨਾਨਕ ਅੰਤਰ ਜਾਮੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਸਭ ਦਿਆਂ ਦਿਲਾਂ ਦੀਆਂ ਬੁੱਝਣ ਵਾਲੇ, ਸਭ ਦਿਆਂ ਦਿਲਾਂ ਦੇ ਮਹਿਰ ਮੰਤਰ ਜਾਮੀ ਹਨ। ਸਭ ਘਟ ਕੀ ਜਾਣਤ ਭੇ ਸੁਆਮੀ। ਘਟ ਘਟ ਦੇ ਅੰਦਰ ਦੀ ਜਾਣਨ ਵਾਲੇ ਨੇ ਸਤਿਗੁਰੂ ਜੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭ ਦੇ ਅੰਦਰ ਕੀ ਵਰਤਦਾ ਜਾਣੀ ਜਾਣ ਸਤਿਗੁਰੂ ਜੀ ਜਾਣਦੇ ਹਨ। ਅੰਧ ਧੁੰਦ ਵਰਤਿਆ ਜਗ ਮਾਹੀ। ਸਾਰੇ ਸੰਸਾਰ ਵਿੱਚ ਅੰਧ ਧੁੰਦ ਵਰਤ ਰਹੀ ਹੈ। ਕਲੀ ਕਾਲ ਦਾ ਸਮਾਂ ਬੜਾ ਭਿਆਨਕ ਰੂਪ ਹੋ ਕੇ ਵਰਤ ਰਿਹਾ ਹੈ। ਸੁਧ ਆਤਮੈ ਨਰ ਕੋ ਨਾਹੀ। ਸ਼ੁੱਧ ਆਤਮਾ ਵਾਲੇ ਨਰ ਨਜ਼ਰ ਨਹੀਂ ਆਉਂਦੇ। ਇੰਨੀ ਅੰਧ ਧੁੰਦ ਵਰਤ ਗਈ ਹੈ ਸੰਸਾਰ 'ਚ ਕਿ ਨਿਰਮਲ ਆਤਮਾ ਵਾਲੇ ਪੁਰਸ਼, ਨਿਰਮਲ ਆਤਮਾ ਵਾਲੇ ਜੀਵ ਨਜ਼ਰ ਨਹੀਂ ਆਉਂਦੇ। ਭਵ ਬੰਧਨ ਕੇ ਬਾਂਧੇ ਸਭ ਹੀ। ਸੰਸਾਰ ਦੇ ਜਨਮ ਮਰਨ ਦੇ ਬੰਧਨਾਂ ਵਿੱਚ ਜੀਵ ਬੰਨੇ ਹੋਏ ਹਨ। ਛੂਟਨ ਹੋਏ ਨ ਤਨ ਕੋ ਕਬ ਹੀ। ਜਿਹੜੇ ਆਪਣੇ ਬੰਧਨਾਂ ਵਿੱਚ ਪਏ ਹੋਏ ਬੰਧਨਾਂ ਤੋਂ ਮੁਕਤ ਨਹੀਂ ਹੁੰਦੇ, ਆਪਣੇ ਬੰਧਨਾਂ ਤੋਂ ਸੁਤੰਤਰ ਨਹੀਂ ਹੁੰਦੇ। ਕਾਮ ਕ੍ਰੋਧ ਲੋਭ ਅਹੰਕਾਰਾ। ਕਾਮ, ਕ੍ਰੋਧ, ਲੋਭ, ਹੰਕਾਰ ਆਦਿਕ ਜਿਹੜੇ ਵਿਕਾਰ ਹਨ, ਇਨ ਮਹਿ ਵਰਤਿਆ ਮੋਹ ਗੁਬਾਰਾ। ਇਹਨਾਂ ਵਿੱਚ ਹੀ ਮੋਹ ਪਿਆ ਹੋਇਆ ਜੀਵਾਂ ਦਾ। ਇਹਨਾਂ ਵਿੱਚ ਹੀ ਜੀਵ ਅੰਧਕਾਰ ਦੇ ਵਿੱਚ ਪਏ ਹੋਏ ਭਟਕ ਰਹੇ ਨੇ। ਮੋਹ ਦੇ ਅੰਨੇ ਹਨੇਰੇ ਵਿੱਚ ਠੋਕਰਾਂ ਖਾ ਰਹੇ ਨੇ। ਬਾਸੁਰ ਮੈਂ ਧਰ ਦੰਭ ਅਨੇਕਾ। ਦਿਨ ਦੇ ਵੇਲੇ ਬੜੇ ਪਖੰਡ ਕਰਦੇ ਨੇ। ਦਿਨ ਦੇ ਸਮੇਂ ਬੜੇ ਲਿਸ਼ਕ ਪੁਸ਼ਕ ਕੇ ਰਹਿੰਦੇ ਐ। ਧਾਰਮਿਕ ਚਿੰਨ੍ਹ ਸਰੀਰ ਤੇ ਲਾ ਕੇ ਪਖੰਡ ਕਰਦੇ ਹਨ। ਬਾਤ ਬਣਾਏ ਸੁਣਾਏ ਬਿਬੇਕਾ। ਬੜੀਆਂ ਬੜੀਆਂ ਗਿਆਨ ਦੀਆਂ ਗੱਲਾਂ ਦਿਨ ਦੇ ਚਾਨਣੇ 'ਚ ਲੋਕਾਂ ਨੂੰ ਸੁਣਾਉਂਦੇ ਹਨ। ਲੋਭ ਲਹਿਰ ਮਹਿ ਗੋਤੇ ਖਾਵਤ। ਅੰਦਰੀ ਤੌਰ ਤੇ ਲੋਭ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੇ ਐ। ਲੋਭ ਲਹਿਰ ਅਤ ਨੀਜਰ ਬਾਜਾ ਕਾਇਆ ਡੂਬੈ ਕੇਸ਼ਵਾ। ਲੋਭ ਦੀਆਂ ਲਹਿਰਾਂ ਦੇ ਵਿੱਚ ਡੁੱਬਦੇ ਤੇ ਗੋਤੇ ਖਾਂਦੇ ਹਨ। ਬਹੁ ਪਖੰਡ ਕਰ ਨਰ ਨ ਦਿਖਾਵਤ। ਪਰ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਐ। ਪਖੰਡ ਕਰਕੇ, ਵਿਖਾਵਾ ਕਰਕੇ ਲੋਕਾਂ ਨੂੰ ਭਰਮਾਉਂਦੇ ਹਨ। ਜਾਮਨ ਮਹਿ ਕੋ ਕਰਮ ਅਸ ਕਰਹੀ। ਦਿਨ ਵੇਲੇ ਪਖੰਡ ਕਰਦੇ ਆ, ਰਾਤ ਦੇ ਹਨੇਰੇ ਵਿੱਚ ਕੁਕਰਮ ਕਰਦੇ ਆ।
ਰਾਤ ਦੇ ਅੰਧਕਾਰ ਹਨੇਰੇ ਵਿੱਚ ਮਾੜੇ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਹਨ। ਕ੍ਰਿਸ਼ਨ ਰਾਧਿਕਾ ਵੇਖਣ ਧਰਹੀ। ਭਗਵਾਨ ਕ੍ਰਿਸ਼ਨ ਜੀ ਤੇ ਰਾਧਿਕਾ ਦਾ ਸਰੂਪ ਬਣਾਉਂਦੇ, ਰਾਸ ਲੀਲਾ ਕਰਦੇ ਹੈ। ਰਾਸ ਪਹਿਲਾਂ ਕਰਦੇ ਸੀ ਭਗਤੀ ਭਾਵਨਾ ਨਾਲ ਕਿ ਵੇਖ ਕੇ ਭਗਵਾਨ ਜੀ ਦੇ ਚੋਜ ਇਹਨਾਂ ਨੂੰ ਨਜ਼ਰ ਆਉਂਦੇ। ਮੁੜ ਕੇ ਇਹਨਾਂ ਨੇ ਰਾਸ ਲੀਲਾ ਦੇ ਨਾਂ ਦੇ ਉੱਤੇ ਕਾਮ ਲੀਲਾ ਕਰਨੀ ਸ਼ੁਰੂ ਕਰ ਦਿੱਤੀ ਸੀ। ਬਹੁਤ ਜ਼ਿਆਦਾ ਮਾੜੇ ਭੈੜੇ ਕਰਮ ਕਰਨ ਲੱਗ ਪਏ ਸਨ, ਭੱਦੇ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੋ ਗਏ ਸਨ। ਤੋ ਇਦਾਂ ਦੇ ਲੋਕ ਸੀ ਇੱਥੇ ਜਿਹੜੀ ਰਾਸ ਲੀਲਾ ਦੇ ਨਾਂ ਦੇ ਉੱਤੇ ਬਹੁਤ ਜ਼ਿਆਦਾ ਭਿਆਨਕ ਮਾੜੇ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੁੰਦੇ, ਭਗਵਾਨ ਕ੍ਰਿਸ਼ਨ ਦਾ ਭੇਖ ਬਣਾਉਂਦੇ, ਰਾਧਿਕਾ ਦਾ ਭੇਖ ਬਣਾਉਂਦੇ। ਸਿਸ ਕੁਮਾਰ ਨਾਰੀ ਧਰ ਵੇਖ ਹੈ। ਜਿਹੜੇ ਕੁਮਾਰ ਅਵਸਥਾ ਵਿੱਚ ਨੌਜਵਾਨ ਲੜਕੇ ਲੜਕੀਆਂ ਉਹ ਰਾਧਿਕਾ ਤੇ ਕ੍ਰਿਸ਼ਨ ਤੇ ਗੋਪੀਆਂ ਦਾ ਰੂਪ ਬਣਾ ਲੈਂਦੇ। ਕਰ ਹੈ ਨਿਰਤਕਾਰੀ ਨਰ ਦੇਖ ਹੈ। ਔਰ ਨਿਰਤਕਾਰੀ ਕਰਦੇ ਸੀ ਉਹ ਨੌਜਵਾਨ ਜਿਹੜੇ ਰਾਧਿਕਾ ਜਾਂ ਕ੍ਰਿਸ਼ਨ ਜਾਂ ਗੋਪੀਆਂ ਦਾ ਰੂਪ ਲੈ ਕੇ ਇਸਤਰੀਆਂ ਜਿਹੜੀਆਂ ਸੀ ਉਹ ਨੱਚਦੀਆਂ ਟੱਪਦੀਆਂ ਸੀ। ਸਟੇਜ ਲਾ ਲੈਣੀ, ਉਹਦੇ ਤੇ ਫਿਰ ਉਹ ਨੱਚ ਨੱਚ ਕੇ ਲੋਕਾਂ ਨੂੰ ਵਿਖਾਉਂਦੇ ਸਨ। ਬਾਲਕ ਔਰ ਅੰਗਨਾ ਦੋ। ਕਹਿੰਦੇ ਲੜਕੇ ਤੇ ਲੜਕੀਆਂ ਜਿਹੜੇ ਸਨ ਉਹ ਇਦਾਂ ਦੇ ਕੰਮ ਕਰਦੇ ਸੀ। ਰਾਧਾ ਕ੍ਰਿਸ਼ਨ ਸਾਂਗ ਕਰ ਸੋ। ਰਾਧਾ ਤੇ ਕ੍ਰਿਸ਼ਨ ਦਾ ਸਾਂਗ ਬਣਾ ਕੇ ਆਖੇ ਜੀ ਅਸੀਂ ਰਾਸ ਲੀਲਾ ਕਰ ਰਹੇ ਹਾਂ। ਨੱਚਣਾ ਟੱਪਣਾ ਭੈੜੇ ਕੰਮ ਕਰਨੇ, ਮਾੜੇ ਗੰਦੇ ਗੀਤ ਗਾਉਣੇ ਤੇ ਲੋਕਾਂ ਨੂੰ ਪਰਚਾਉਣ ਵਾਸਤੇ ਨਾਚ ਟਾਪ ਵਿਖਾਉਣਾ। ਤੋ ਵੇਖਣ ਵਾਲੇ ਜਿਹੜੇ ਲੋਕ ਉਹ ਵੀ ਕਾਮ ਵਾਸ਼ਨਾ ਦੇ ਅਧੀਨ ਹੁੰਦੇ ਇਦਾਂ ਦੇ ਨਾਚ ਟਾਪ ਵੇਖ ਕੇ। ਤੋ ਇਹੋ ਜਿਹੇ ਭੈੜੇ ਕਰਮਾਂ ਵਿੱਚ ਲੋਕ ਪ੍ਰਵਿਰਤ ਹੋ ਰਹੇ ਸੀ। ਗੁਰੂ ਬਾਬਾ ਜੀ ਨੇ ਇਹਨਾਂ ਵੱਲ ਵੇਖਿਆ ਹੈ। ਨਰ ਮਲੀਨ ਬੁੱਧੀ ਤਿਨ ਦੇਖੈ ਹੈ। ਮਲੀਨ ਬੁੱਧੀ ਵਾਲੇ ਲੋਕ ਫਿਰ ਇਹਨਾਂ ਦਾ ਨੱਚਣਾ ਟੱਪਣਾ ਵੇਖਦੇ ਸੀ। ਇਹਨਾਂ ਨੇ ਰਾਧਿਕਾ ਕ੍ਰਿਸ਼ਨ ਦਾ ਭੇਸ ਬਣਾ ਕੇ ਨੱਚਣਾ ਟੱਪਣਾ, ਤੇ ਜਿਹੜੇ ਮਲੀਨ ਬੁੱਧੀ ਵਾਲੇ ਲੋਕ ਉਹ ਕੋਲ ਬਹਿ ਕੇ ਸਾਰੀ ਰਾਸ ਲੀਲਾ ਵੇਖਦੇ ਸਨ। ਉਪਜਾਵਤ ਤਨ ਕਾਮ ਵਿਸ਼ੇਖ ਹੈ। ਭਗਤੀ ਤਾਂ ਕੀ ਉਪਜਣੀ ਸੀ, ਰਾਸ ਲੀਲਾ ਵੇਖ ਕੇ ਇਹਨਾਂ ਦੇ ਅੰਦਰ ਕਾਮ ਵਾਸ਼ਨਾ ਪ੍ਰਗਟ ਹੁੰਦੀ ਸੀ। ਭਗਤੀ ਰਸ ਨਹੀਂ ਸੀ ਪੈਦਾ ਹੁੰਦਾ ਰਾਸ ਲੀਲਾ ਦੇ ਵਿੱਚ, ਕਿਉਂਕਿ ਕਰਮ ਹੀ ਇਹੋ ਜਿਹੇ ਹੋ ਰਹੇ ਸੀ ਮਾੜੇ ਭੈੜੇ ਜਿਨ੍ਹਾਂ ਨੂੰ ਵੇਖ ਕੇ ਕਾਮ ਰਸ ਜ਼ਰੂਰ ਪੈਦਾ ਹੁੰਦਾ ਸੀ, ਰਾਮ ਰਸ ਜਾਂ ਭਗਤੀ ਰਸ ਪੈਦਾ ਨਹੀਂ ਸੀ ਹੁੰਦਾ। ਬਾਲਕ ਪੁਨ ਤਿਨ ਅੰਗਨ ਸੰਗਾ। ਕਹਿੰਦੇ ਦਿਨ ਦੇ ਸਮੇਂ ਜਾਂ ਰਾਤ ਦੇ ਸਮੇਂ ਜਦੋਂ ਇਹਨਾਂ ਨੇ ਰਾਸ ਲੀਲਾ ਕਰਨੀ ਤੇ ਉਹਨਾਂ ਹੀ ਲੜਕੀਆਂ ਜਿਹੜੇ ਰਾਸ ਲੀਲਾ ਕਰਦੇ ਸਨ ਭੋਗ ਕਰੈ ਨਰ ਹੋਏ ਨਿਸ਼ੰਗਾ। ਇਹਨਾਂ ਨੇ ਵਿਭਚਾਰ ਭੋਗਣੇ, ਮਾੜੇ ਭੈੜੇ ਕਰਮਾਂ ਵਿੱਚ ਨਿਸੰਗ ਹੋ ਕੇ ਪ੍ਰਵਿਰਤ ਹੁੰਦੇ ਸਨ। ਦੋਹਰਾ ਸ਼੍ਰੀ ਨਾਨਕ ਸਭ ਜਾਣ ਕੇ ਤਬ ਰਬਾਬ ਬਜਵਾਏ। ਜਾਣੀ ਜਾਣ ਸਤਿਗੁਰਾਂ ਨੇ ਇਹਨਾਂ ਦੀ ਬਿਰਤੀ ਵੇਖੀ, ਜਾਣ ਗਏ ਵੀ ਇਹ ਕਿੱਦਾਂ ਦੇ ਕਿਰਦਾਰ ਦੇ ਲੋਕ ਨੇ। ਵਿਖਾਵਾ ਕੁਝ ਹੋਰ ਕਰ ਰਹੇ ਨੇ, ਅੰਦਰੋਂ ਕੁਝ ਹੋਰ ਨੇ। ਕਾਮ ਰਸ ਦੀ ਬਿਰਤੀ ਵਿੱਚ, ਵਿਭਚਾਰ ਦੀ ਬਿਰਤੀ ਵਿੱਚ ਪ੍ਰਵਿਰਤ ਨੇ। ਬਾਹਰੋਂ ਭਗਤੀ ਦਾ ਪਖੰਡ ਕਰਦੇ ਵੀ ਅਸੀਂ ਰਾਸ ਲੀਲਾ ਕਰ ਰਹੇ ਹਾਂ ਕ੍ਰਿਸ਼ਨ ਦੀ, ਪਰ ਅੰਤਰੀਵੀ ਤੌਰ ਤੇ ਮਾੜੇ ਭੈੜੇ ਕਰਮਾਂ ਦੇ ਵਿੱਚ ਲੱਗੇ ਹੋਏ ਲੁਕ ਕੇ ਪਾਪ ਕਮਾਉਂਦੇ ਐ। ਅੰਤਰਯਾਮੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀ ਬਿਰਤੀ ਨੂੰ ਜਾਣ ਗਏ। ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਭਾਈ ਮਰਦਾਨੇ ਨੂੰ ਸੰਬੋਧਨ ਕਰਕੇ ਰਬਾਬ ਵਜਵਾਈ। ਸ਼ਬਦ ਉਚਾਰਿਓ ਰਾਗ ਸੋ ਰਾਮ ਕਲੀ ਮਹਿ ਗਾਏ। ਰਾਮ ਕਲੀ ਰਾਗ ਵਿੱਚ ਸਤਿਗੁਰੂ ਜੀ ਨੇ ਗਾ ਕੇ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਸਰਵਣ ਕਰੋ ਜੀ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ। ਰਾਮ ਕਲੀ ਰਾਗ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਸ਼ਬਦ ਹੈ। ਅਸ਼ਟਪਦੀਆਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤ੍ਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਉਹਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰੇ ਹੁੰਦੀ ਹੈ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨਿਯਰ ਤਪਤ ਰਹੈ। ਲੋਕ ਜਦੋਂ ਇਹ ਗੱਲਾਂ ਕਰਨ ਨਾ ਵੀ ਇਹ ਮਾੜੇ ਭੈੜੇ ਕੰਮ ਹੋ ਰਹੇ, ਆਪਾਂ ਅਕਸਰ ਕਹਿ ਦਿੰਦੇ ਆ ਜੀ ਕਲਯੁਗ ਆ ਗਿਆ। ਇਹੀ ਕਹਿ ਦਿੰਦੇ ਆ ਨਾ ਜੀ ਕਲਯੁਗ ਆ ਗਿਆ। ਪਰ ਕਲਯੁਗ ਹੈ ਕੀ? ਕਲਯੁਗ ਦਾ ਮਤਲਬ ਇਹ ਨਹੀਂ ਹੈ
ਕਿ ਕਲਯੁਗ ਵਿੱਚ ਕੁਝ ਬਦਲ ਜਾਂਦਾ ਹੈ। ਤਾਰੇ ਬਦਲ ਜਾਂਦੇ ਨੇ, ਜਾਂ ਚੰਦਰਮਾ ਬਦਲ ਜਾਂਦਾ ਹੈ, ਜਾਂ ਧਰਤੀ ਬਦਲ ਜਾਂਦੀ ਹੈ, ਜਾਂ ਆਕਾਸ਼ ਬਦਲ ਜਾਂਦਾ ਹੈ, ਜਾਂ ਹਵਾ ਬਦਲ ਜਾਂਦੀ ਹੈ, ਅੱਗ ਬਦਲ ਜਾਂਦੀ ਹੈ, ਪਾਣੀ ਬਦਲ ਜਾਂਦਾ। ਐਸਾ ਨਹੀਂ ਹੁੰਦਾ ਕਿ ਕਲਯੁਗ ਵਿੱਚ ਇਹ ਬਦਲ ਜਾਂਦੇ। ਕਲਯੁਗ ਆਉਣ ਦੀ ਨਿਸ਼ਾਨੀ ਕੀ ਆ ਉਹ ਵੀ ਅੱਗੇ ਦੱਸਣਗੇ। ਪਰ ਕਲਯੁਗ ਆਉਣ ਦਾ ਮਤਲਬ ਇਹ ਨਹੀਂ ਕਿ ਚੰਦ ਤਾਰੇ ਬਦਲ ਗਏ। ਮਹਾਰਾਜ ਕਹਿੰਦੇ ਜਿਹੜਾ ਚੰਦਰਮਾ ਸਤਯੁਗ ਵਿੱਚ ਚੜ੍ਹਦਾ ਸੀ ਉਹੀ ਹੁਣ ਕਲਯੁਗ 'ਚ ਚੜ੍ਹ ਰਿਹਾ। ਸੋਈ ਚੰਦ ਸਤਯੁਗ, ਆਹ ਚੰਦਰਮਾ ਕੇਵਲ ਹੁਣ ਤਾਂ ਨਹੀਂ ਚੜ੍ਹਿਆ, ਸਤਯੁਗ ਵਿੱਚ ਵੀ ਤਾਂ ਇਹੀ ਚੜ੍ਹਦਾ ਸੀ, ਤ੍ਰੇਤੇ ਵਿੱਚ ਵੀ ਇਹੀ ਸੀ, ਦੁਆਪਰ ਵਿੱਚ ਵੀ, ਹੁਣ ਵੀ ਇਹੀ ਹੈ। ਚੰਦਰਮਾ ਵੀ ਉਹੀ ਹੈ। ਚੜ੍ਹੈ ਸੇ ਤਾਰੇ, ਜਿਹੜੇ ਆਕਾਸ਼ ਵਿੱਚ ਤਾਰੇ ਟਿਮਟਮਾਉਂਦੇ ਹੈ, ਇਹ ਵੀ ਉਹੀ ਨੇ ਜਿਹੜੇ ਪਹਿਲੇ ਸਮਿਆਂ ਵਿੱਚ ਸਨ, ਹੁਣ ਵੀ ਉਹੀ ਚਮਕ ਰਹੇ ਨੇ। ਸੋਈ ਦਿਨਯਰ ਤਪਤ ਰਹਿ, ਦਿਨਯਰ ਕਹਿੰਦੇ ਨੇ ਸੂਰਜ ਨੂੰ। ਆਹ ਜਿਹੜਾ ਸੂਰਜ ਚਮਕਦਾ ਜੁਗਾਂ ਤੋਂ ਚਮਕ ਰਿਹਾ, ਅੱਜ ਤੋਂ ਜੁਗਾਂ ਪਹਿਲਾਂ ਇਹ ਪ੍ਰਕਾਸ਼ ਰਿਹਾ, ਇਸੇ ਤਰ੍ਹਾਂ ਹੀ ਇਹੀ ਤਪ ਰਿਹਾ। ਇਹ ਤਾਂ ਨਹੀਂ ਵੀ ਹੁਣ ਕਲਯੁਗ ਵਿੱਚ ਇਹ ਸੂਰਜ ਬਦਲ ਗਿਆ, ਹੁਣ ਇਹ ਵੀ ਉਹੀ ਤਪ ਰਿਹਾ, ਪ੍ਰਕਾਸ਼ ਕਰ ਰਿਹਾ। ਸਾ ਧਰਤੀ ਸੋ ਪੌਣ ਚੁਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਮਹਾਰਾਜ ਜੀ ਕਹਿੰਦੇ ਧਰਤੀ ਵੀ ਉਹੀ ਹੈ, ਪਵਨ ਵੀ ਉਹੀ ਚਲਦੀ ਆਉਂਦੀ ਹੈ। ਪਵਨ ਝੁਲਾਰੇ ਜੁਗ ਜੀ ਖੇਲੇ ਥਾਵ ਕੈਸੇ। ਕਹਿੰਦੇ ਜਿਹੜੇ ਜੁਗ ਖੇਡ ਰਹੇ ਨੇ ਇਹਦੇ ਵਿੱਚ ਜੀਵ ਜਿਹੜੇ ਨੇ ਇਹ ਵੀ ਜੰਮ ਮਰ ਕੇ ਉਹੀ ਮੁੜ ਮੁੜ ਕੇ ਆ ਰਹੇ ਹਨ। ਜੀਵਨ ਤਲਬ ਨਿਵਾਰ। ਮਹਾਰਾਜ ਜੀ ਕਹਿੰਦੇ ਉਹ ਸੱਜਣਾ ਕਿਹੜੇ ਭੁਲੇਖੇ 'ਚ ਪਿਆ ਹੋਣਾ, ਜ਼ਿੰਦਗੀ ਦਾ ਪਲ ਦਾ ਭਰੋਸਾ ਨਹੀਂ ਤੇ ਤੂੰ ਸਾਲਾਂ ਬੱਧੀ ਦੀ ਗੱਲ ਕਰਦਾ ਵੀ ਹਾਲੇ ਬੜਾ ਸਮਾਂ ਪਿਆ। ਇੱਕ ਛਿਨ ਦਾ ਭਰੋਸਾ ਕੋਈ ਨਹੀਂ। ਹਾਲਾਂਕਿ ਪਾਣੀ 'ਚੋਂ ਪੈਦਾ ਹੋਏ ਬੁੱਧ-ਬੁੱਧੇ ਦੀ ਹਸਤੀ ਦਾ ਕੁਝ ਭਰੋਸਾ ਹੈ ਵੀ ਉਹ ਕੁਝ ਸਮੇਂ ਰਹੇਗੀ, ਤੇਰੀ ਤਾਂ ਉਹ ਵੀ ਕੋਈ ਨਹੀਂ। ਇਸ ਕਰਕੇ ਸੱਜਣਾ ਜੀਵਨ ਦੀ ਇੱਛਾ ਛੱਡ ਦੇ। ਜੀਵਨ ਤਲਬ, ਤਲਬ ਕਹਿੰਦੇ ਨੇ ਤਲਬ ਲੱਗਣੀ, ਆਪਾਂ ਕਹਿੰਦੇ ਤਲਬ ਲੱਗੀ ਹੋਈ ਹੈ। ਮੈਂ ਇਹਨੂੰ ਇਹ ਫਲਾਣੀ 'ਚ ਸਾਨੂੰ ਜੀਵਨ ਦੀ ਤਲਬ ਹੈ। ਮਰਨ ਨੂੰ ਚਿੱਤ ਕਰਦਾ ਕਿਸੇ ਦਾ? ਮੌਤ ਤੋਂ ਸਾਰੇ ਹੀ ਖੌਫਜ਼ਦਾ ਹੁੰਦੇ ਐ, ਭੈ ਭੀਤ ਹੁੰਦੇ। ਜੇ ਕੋਈ ਮਰਨ ਦੀ ਗੱਲ ਕਰੇ ਆਪਾਂ ਕਹਿੰਦੇ ਸ਼ੁਭ ਸ਼ੁਭ ਬੋਲ, ਹਾਲੇ ਤਾਂ ਮੈਂ ਵੇਖੀ ਨਹੀਂ ਜ਼ਿੰਦਗੀ। ਸ਼ੁਭ ਸ਼ੁਭ ਬੋਲ, ਹਾਲੇ ਤਾਂ ਬੜਾ ਲੰਮਾ ਸਮਾਂ ਪਿਆ ਜ਼ਿੰਦਗੀ ਦਾ, ਕਿਉਂਕਿ ਜੀਵਨ ਦੀ ਤਲਬ ਹੈ ਮਨੁੱਖ ਨੂੰ। ਮਹਾਰਾਜ ਜੀ ਕਹਿੰਦੇ ਐ ਇਹੋ ਜਿਹਾ ਸੁਰਖਰੂ ਭਾਵ ਰੱਖ ਕਿ ਮੌਤ ਭਾਵੇਂ 10 ਸਾਲ ਨੂੰ ਆਵੇ, ਮੌਤ ਭਾਵੇਂ 10 ਦਿਨਾਂ ਨੂੰ ਆਵੇ ਤੇ 10 ਸਕਿੰਟਾਂ ਨੂੰ ਆਵੇ, ਤੂੰ ਇੰਜ ਸੁਰਖਰੂ ਹੋਣਾ ਚਾਹੀਦਾ ਕਿ ਮੈਂ ਆਪਣੇ ਜੀਵਨ ਵਿੱਚ ਜੋ ਕਰਨਾ ਸੀ ਕਰ ਲਿਆ। ਪਰਮੇਸ਼ਰ ਜਦੋਂ ਮਰਜ਼ੀ ਸੱਦ ਲਵੇ, ਅਸੀਂ ਤਾਂ ਤਿਆਰੀ ਕਰੀ ਬੈਠੇ ਹਾਂ। ਜਦੋਂ ਮਰਜ਼ੀ ਸੱਦ ਲਿਓ ਨਿਰੰਕਾਰ। ਜੀਵਨ ਦੀ ਤਲਬ ਨੂੰ ਆਪਣੇ ਹਿਰਦੇ ਚੋਂ ਨਿਵਾਰ ਦੇ ਤੇ ਮਰਨ ਕਬੂਲ ਕਰ। ਹੋਵੇ ਪਰਵਾਣਾ ਕਰਹਿ ਧਿਆਣਾ, ਕਲ ਲਖਣ ਵਿਚਾਰ। ਹਾਂ, ਕਰਹਿ ਧਿੰਗਾਣਾ। ਧਿੰਗਾਣਾ ਕਹਿੰਦੇ ਧਿੰਗੋ ਜੋਰੀ ਨੂੰ। ਆਹ ਕਲਯੁਗ 'ਚ ਕਿਹੜਾ ਪ੍ਰਵਾਨ ਹੈ ਭਲਾ? ਕਲਯੁਗ ਵਿੱਚ ਪ੍ਰਵਾਨ ਕੌਣ ਹੈ? ਕਲਯੁਗ 'ਚ ਹੁਣ ਕਹਿੰਦੇ ਆ ਨਾ ਵੀ ਕਲਯੁਗ ਹੈ। ਮਹਾਰਾਜ ਕਹਿੰਦੇ ਦੱਸੋ ਤੁਹਾਨੂੰ ਨਿਸ਼ਾਨੀ ਦੱਸੀਏ ਵੀ ਕਲਯੁਗ ਹੈ। ਤਾਰੇ ਨਹੀਂ ਬਦਲੇ, ਚੰਦਰਮਾ ਨਹੀਂ ਬਦਲਿਆ, ਧਰਤੀ ਨਹੀਂ ਬਦਲੀ, ਹਵਾ ਨਹੀਂ ਬਦਲੀ, ਅੱਗ ਨਹੀਂ ਬਦਲੀ, ਜੀਵ ਜੰਤ ਵੀ ਉਹੀ ਮੁੜ ਮੁੜ ਕੇ ਆਈ ਜਾਂਦੇ ਆ। ਬਦਲਿਆ ਕੀ ਫਿਰ? ਕਹਿੰਦੇ ਆਹ ਕੁਝ ਬਦਲਿਆ। ਕਲਯੁਗ ਦੀ ਨਿਸ਼ਾਨੀ ਇਹ ਹੈ ਵੀ ਜਿਹੜਾ ਜ਼ੋਰ ਕਰਦਾ ਨਾ ਕਲਯੁਗ 'ਚ, ਜ਼ਬਰਦਸਤੀ ਕਰਦਾ, ਉਹ ਪ੍ਰਵਾਨ ਹੁੰਦਾ। ਜਿਹੜਾ ਧੱਕਾ ਕਰੇ, ਧੱਕੇ ਨਾਲ ਆਪਣੇ ਆਪ ਨੂੰ ਅੱਗੇ ਲਿਆਵੇ, ਉਹ ਪ੍ਰਵਾਨ ਹੁੰਦਾ ਕਲਯੁਗ 'ਚ। ਧੱਕਾ ਕਰਨ ਵਾਲਾ ਕਲਯੁਗ ਵਿੱਚ ਅੱਗੇ ਉਹੀ ਆਉਂਦਾ ਨਾ। ਆਪਾਂ ਨੂੰ ਕਿਹਨੂੰ ਨਹੀਂ ਪਤਾ ਵੀ ਆਹ ਫਲਾਣੇ ਬੰਦੇ ਧੱਕਾ ਕਰਦੇ ਐ, ਫਲਾਣੀ ਪਾਰਟੀ ਧੱਕਾ ਕਰਦੀ ਹੈ, ਤੇ ਫਿਰ ਪਤਾ ਵੀ ਹੈ, ਸਾਰੇ ਸਮਾਜ ਨੂੰ ਪਤਾ ਹੈ। ਉਹ ਧੱਕਾ ਕਰਕੇ ਫਿਰ ਵੀ ਤਾਂ ਆਗੂ ਬਣ ਕੇ ਆ ਹੀ ਜਾਂਦੇ ਆ ਨਾ ਅੱਗੇ ਮੂਹਰੇ ਹੋ ਕੇ। ਇਹ ਕਲਯੁਗ ਦਾ ਇਹ ਸੁਭਾਅ ਹੈ। ਕਲਯੁਗ ਇੱਦਾਂ ਆਇਆ ਹੋਇਆ। ਕਲਯੁਗ ਇੱਦਾਂ ਦੀ ਬਿਰਤੀ ਦੇ ਲੋਕ ਪੈਦਾ ਹੋ ਗਏ ਨੇ, ਧੱਕਾ ਕਰਨ ਵਾਲੀ ਬਿਰਤੀ। ਧੱਕੇ ਦਾ ਮਤਲਬ ਹੁੰਦਾ ਜ਼ੁਲਮ ਕਰਨਾ। ਜ਼ੋਰ ਕੀਆ ਸੋ ਜ਼ੁਲਮ ਹੈ। ਜਿੱਥੇ ਜ਼ੋਰ ਹੁੰਦਾ ਉੱਥੇ ਜ਼ੁਲਮ ਹੁੰਦਾ ਹੈ। ਅੱਜ ਜ਼ੋਰ ਕਰਨ ਵਾਲੇ ਜਿਹੜੇ ਨੇ ਉਹ ਪ੍ਰਵਾਨ ਹੁੰਦੇ ਆ। ਨਹੀਂ ਮੰਨਦਾ ਤੇ ਮਨਾਣਾ ਆਉਂਦਾ ਜੀ ਸਾਨੂੰ। ਅਗਲਾ ਵੀ ਚੁੱਪ ਕਰਕੇ ਚਲੋ
ਜੇ ਨਾ ਮੰਨੇਗਾ ਤੇ ਫਿਰ ਹੋਰ ਤਰੀਕੇ ਹੈਣ ਨੇ ਸਾਡੇ ਕੋਲ, ਮਹਿਕਮੇ ਬਹੁਤ ਹੁੰਦੇ ਐ, ਆਹ ਰੇੜ ਪਵਾ ਦਿਆਂਗੇ ਤੇਰੇ ਤੇ, ਆਹ ਕੰਮ ਕਰਾ ਦਿਆਂਗੇ, ਮਨਾ ਤਾਂ ਅਸੀਂ ਤੈਨੂੰ ਲੈਣਾ ਹੀ ਹੈ। ਇਹ ਧੱਕਾ ਕਰਨ ਦੀ ਬਿਰਤੀ ਕਲੀ ਕਾਲ ਦੇ ਸਮੇਂ ਦੇ ਵਿੱਚ ਲੋਕਾਂ ਵਿੱਚ ਆ ਗਈ। ਇਹ ਹੈ ਕਲਯੁਗ। ਹੋਰ ਕੋਈ ਕਲਯੁਗ ਸਿੰਘ ਲਾ ਕੇ ਨਹੀਂ ਆਇਆ, ਜਾਂ ਕਲਯੁਗ ਨੇ ਕੋਈ ਬੜਾ ਭਿਆਨਕ ਰੂਪ ਬਣਾ ਕੇ ਦਿਓ ਦਾ ਜਾਂ ਦਾਨਵ ਦਾ ਬਣ ਕੇ ਨਹੀਂ ਆਇਆ। ਜਿਹੜਾ ਧੱਕਾ ਕਰਨ ਦੀ ਬਿਰਤੀ ਆਈ ਹੈ ਲੋਕਾਂ 'ਚ, ਇਹ ਹੈ ਕਲਯੁਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ 'ਚ ਪ੍ਰਵਾਨ ਉਹ ਹੁੰਦੇ ਐ, ਹੋਵੇ ਪ੍ਰਵਾਣਾ ਕਰਹਿ ਧੰਗਾਣਾ ਕਲ ਲੱਖਣ ਵਿਚਾਰ। ਇਹ ਹੈ ਕਲਯੁਗ ਦੇ ਲੱਛਣ ਹਨ। ਰਹਾਉ ਕਿਤੈ ਦੇਸ ਨਾ ਆਇਆ, ਸੁਣੀਐ ਤੀਰਥ ਪਾਸ ਨਾ ਬੈਠਾ। ਫਿਰ ਹੁਣ ਏਦਾਂ ਥੋੜੀ ਆ ਵੀ ਕਲਯੁਗ ਕੈਨੇਡਾ ਤੋਂ ਆ ਗਿਆ ਹੋਣਾ, ਜਾਂ ਅਮਰੀਕਾ ਤੋਂ ਆ ਗਿਆ ਹੋਣਾ, ਜਾਂ ਚਾਈਨਾ ਤੋਂ ਛੱਡ ਦਿੱਤਾ ਹੋਣਾ। ਜੇ ਕਿਤੇ ਚੱਲ ਪਵੇ ਲੋਕਾਂ 'ਚ ਇਹ ਗੱਲ ਤਾਂ ਲੋਕ ਸ਼ਾਇਦ ਕਹਿ ਦੇਣ ਪਾਕਿਸਤਾਨ 'ਚੋਂ ਆ ਗਿਆ ਹੋਣਾ। ਮਹਾਰਾਜ ਜੀ ਕਹਿੰਦੇ ਕਿਸੇ ਦੇਸ਼ 'ਚੋਂ ਨਹੀਂ ਆਇਆ ਇਹ ਕਲਯੁਗ, ਇਹ ਮਨੁੱਖ ਦੇ ਸੁਭਾਅ 'ਚ ਪੈਦਾ ਹੋਇਆ ਅੰਦਰੋਂ ਹੀ, ਇਹ ਕਿਸੇ ਦੇਸ਼ ਤੋਂ ਥੋੜ੍ਹੀ ਆਇਆ। ਇਹ ਮਨੁੱਖ ਦੀਆਂ ਆਪਣੀਆਂ ਭੈੜੀਆਂ ਆਦਤਾਂ, ਮਾੜੀਆਂ ਕਰਤੂਤਾਂ ਤੋਂ ਇਹਦੇ ਅੰਦਰੋਂ ਪੈਦਾ ਹੋਇਆ। ਇਹ ਕਿਸੇ ਦੇਸ਼ ਵਿੱਚੋਂ ਨਹੀਂ ਆਇਆ। ਸੁਣਿਆ ਤੀਰਥ ਪਾਸ ਨਾ ਬੈਠਾ, ਤੇ ਐਸਾ ਵੀ ਨਹੀਂ ਵੀ ਕਿਸੇ ਤੀਰਥ ਦੇ ਕੰਢੇ ਤੇ ਬੈਠਾ ਹੋਵੇ, ਕਿਸੇ ਤੀਰਥ ਦੇ ਕਿਨਾਰੇ ਤੇ ਬੈਠਾ ਹੋਵੇ ਤੇ ਉੱਥੋਂ ਆਇਆ ਹੋਵੇ, ਐਸਾ ਵੀ ਨਹੀਂ ਹੈ। ਦਾਤਾ ਦਾਨ ਕਰੈ ਤਹ ਨਾਹੀ, ਮਹਿਲ ਉਸਾਰ ਨਾ ਬੈਠਾ। ਕਹਿੰਦੇ ਦਾਤਾ ਦਾਨ ਕਰੇ, ਤੇ ਐਸਾ ਨਹੀਂ ਵੀ ਜਿਹੜੇ ਦਾਨ ਕਰਨ ਵਾਲੇ ਨੇ ਉਹਨਾਂ ਦੇ ਨਾਲ ਬੈਠਾ ਹੋਣਾ, ਜਾਂ ਕੋਈ ਮਹਿਲ ਉਸਾਰ ਕੇ, ਕੋਈ ਮੰਡਪ ਉਸਾਰ ਕੇ ਨਹੀਂ ਬੈਠਾ। ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲਖਣ ਏਈ। ਹਾਂ, ਕਹਿੰਦੇ ਭਾਈ ਜਿਹੜੇ ਸਤ ਬੋਲਣ ਵਾਲੇ ਨੇ ਉਹਨਾਂ ਦੀ ਜਿਹੜੀ ਬਿਰਤੀ ਆ ਉਹ ਛਿਜ ਜਾਂਦੀ ਹੈ। ਤਪ ਘਰ ਤਪ ਨਾ ਹੋਈ। ਜਿਹੜੇ ਤਪਸਵੀ ਸਨ, ਤਪ ਕਰਨ ਵਾਲੇ, ਉਹਨਾਂ ਦੇ ਘਰ 'ਚ ਤਪ ਨਹੀਂ ਰਿਹਾ। ਕਲਯੁਗ ਦੇ ਵਿੱਚ ਆਹ ਕੁਝ ਹੋ ਗਿਆ ਵੀ ਨਾਂ ਦੇ ਤਪਸਵੀ ਹੋ ਗਏ, ਪਰ ਤਪਨ ਦੀ ਇੱਕ ਬਿਰਤੀ ਜਿਹੜੀ ਸੀ ਤਪ ਕਰਨ ਦੀ, ਉਹ ਸਮਾਪਤ ਹੋ ਗਈ। ਜਿਸ ਸਿਕਦਾਰੀ ਜੇ ਕੋ ਨਾਉ ਲਏ ਬਦਨਾਵੀ। ਕਲਯੁਗ 'ਚ ਬਦਨਾਮੀ ਕਿਹਨੂੰ ਮਿਲਦੀ ਹੈ? ਸੁਣੋ ਜੀ ਕਲਯੁਗ ਦੇ ਲੱਛਣ। ਕਿਸੇ ਦੇਸ਼ 'ਚੋਂ ਨਹੀਂ ਆਇਆ, ਕਿਸੇ ਸ਼ਹਿਰ 'ਚੋਂ ਨਹੀਂ ਆਇਆ, ਕਿਸੇ ਤੀਰਥ ਤੋਂ ਨਹੀਂ ਆਇਆ। ਕਲਯੁਗ ਦੇ ਲੱਛਣ ਇਹ ਨੇ ਵੀ ਨਾਮ ਜਪਣ ਵਾਲਿਆਂ ਦੀ ਕਲਯੁਗ 'ਚ ਲੋਕ ਬਦਨਾਮੀ ਕਰਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋ ਨਾਉ ਲਏ ਬਦਨਾਵੀ, ਜਿਹੜਾ ਕੋਈ ਨਾਮ ਜਪੇ ਉਹਦੀ ਬਦਨਾਮੀ ਕਰਦੇ। ਆਹ ਵੇਖੋ, ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਟੁਰ ਪਈ। ਕੋਈ ਜਪਣ ਲੱਗ ਪਏ ਨਾ, ਗੁਰੂ ਘਰ ਜਾਣ ਲੱਗ ਪਏ, ਜੇ ਪਹਿਲੀ ਜ਼ਿੰਦਗੀ ਕਿਤੇ ਉਹਦੀ ਹੋਈ ਹੋਵੇ ਮਾੜੀ, ਕਿਹੜਾ ਕੋਈ ਜਨਮ ਤੋਂ ਹੀ ਸਾਰੇ ਬ੍ਰਹਮ ਗਿਆਨੀ ਹੁੰਦੇ? ਕਵੀਆਂ ਤਾਂ ਸਾਰੇ ਦੇ ਜੀਵਨਾਂ 'ਚ ਹੁੰਦੀਆਂ। ਜੇ ਕੋਈ ਭਜਨ ਕਰਨ ਲੱਗ ਪਏ ਤੇ ਲੋਕ ਫਿਰ ਪਤਾ ਉਹਨਾਂ ਦੇ ਬਾਰੇ, ਆਹ ਵੇਖੋ, ਸੋ ਚੂਹੇ ਖਾ ਕੇ ਬਿੱਲੀ ਹੱਜ। ਉਹ ਟੁਰ ਤਾਂ ਪਈ ਹੈ ਨਾ, ਘਟੋ ਘੱਟ ਤੂੰ ਤਾਂ ਉਹ ਵੀ ਨਹੀਂ ਟੁਰਿਆ। ਉਹ ਟੁਰ ਤਾਂ ਪਈ ਹੈ ਨਾ, ਹੱਜ ਨੂੰ ਚੱਲ ਤਾਂ ਪਈ ਹੈ ਨਾ। ਨਾਮ ਜਪਣ ਵਾਲਿਆਂ ਦੀ ਬਦਨਾਮੀ ਹੁੰਦੀ। ਅੱਜ ਭਗਤਾਂ ਦੀ, ਅੱਜ ਜਿੰਨੀ ਨਿੰਦਾ ਸੰਤ ਜਨਾਂ ਦੀ ਕਰਦੇ ਨੇ ਨਾ ਸੰਸਾਰ 'ਚ, ਅੱਜ ਦੇ ਸਮੇਂ ਵਿੱਚ, ਵਰਤਮਾਨ ਦੇ ਸਮੇਂ 'ਚ, ਸਾਧੂਆਂ ਦੀ ਜਿੰਨੀ ਨਿੰਦਾ ਕਰੋ, ਸੰਤਾਂ ਦੀ ਜਿੰਨੀ ਨਿੰਦਾ ਕਰੋ, ਕਥਾ ਉਨੀ ਲੋਕ ਪਸੰਦ ਕਰਦੇ। ਕਥਾ ਵੀ ਉਹੀ ਪਸੰਦ ਕਰਦੇ ਅੱਜ ਕੱਲ ਜਿਹੜੀ ਕਥਾ 'ਚ ਸਾਧੂਆਂ ਦੀ ਭੰਡੀ ਹੋਵੇ, ਜਿਹੜੀ ਕਥਾ 'ਚ ਸੰਤਾਂ ਦੀ ਨਿੰਦਾ ਹੋਵੇ, ਜਿਹੜੀ ਕਥਾ ਦੇ ਵਿੱਚ ਰੱਜ ਕੇ ਖਬਰਾਂ ਸੁਣਾਈਆਂ ਜਾਣ ਨਿਊਜ਼ ਚੈਨਲਾਂ ਦੀਆਂ। ਉਹ ਕਥਾ ਅੱਜ ਕੱਲ ਲੋਕਾਂ ਨੂੰ ਪਸੰਦ ਹੈ, ਕਿਉਂਕਿ ਕਲਯੁਗ ਦਾ ਸਮਾਂ ਹੈ। ਪਰਮੇਸ਼ਰ ਦੀ ਕਥਾ ਨਹੀਂ ਚੰਗੀ ਲੱਗਦੀ, ਰੱਬ ਦੇ ਪਿਆਰਿਆਂ ਦੀ ਸੋਭਾ ਨਹੀਂ ਚੰਗੀ ਲੱਗਦੀ। ਕਲਯੁਗ ਦੇ ਨਾਮ ਜਪਣ ਵਾਲਿਆਂ ਦੀ ਬਦਨਾਮੀ ਹੁੰਦੀ। ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ। ਕਲਯੁਗ ਦਾ ਸੁਭਾਅ ਇਹ ਆ, ਰੱਬ ਦੇ ਰੰਗ ਵਿੱਚ ਰੰਗਿਆਂ ਹੋਇਆਂ ਦੀ ਨਿੰਦਾ ਹੋਣੀ। ਕਬੀਰ ਜੀ ਜੈਸੇ ਮਹਾਂਪੁਰਸ਼ਾਂ ਦੀ ਨਿੰਦਾ ਕੀਤੀ ਲੋਕਾਂ ਨੇ। ਦੱਸੋ ਭਲਾ ਕਬੀਰ ਜੀ ਕੀ ਵਿਗਾੜਦੇ ਸੀ ਕਿਸੇ ਦਾ? ਆਪਣਾ ਰੱਬ ਰੱਬ ਕਰਦੇ, ਪਰਮੇਸ਼ਰ ਦਾ ਭਜਨ ਕਰਦੇ, ਖੱਡੀ ਤੇ ਬਹਿ ਕੇ ਜੁਲਾਹੇ ਦੀ ਕਿਰਤ ਕਰਦੇ ਹੈ। ਕਿਹੜਾ ਉਹ ਕਿਸੇ ਦਾ ਜਾ ਕੇ ਬੁਰਾ ਕਰਦੇ? ਲੋਕ ਤਾਂ ਉਹਨਾਂ ਦੀ ਵੀ ਨਿੰਦਾ ਕਰਦੇ, ਕਿਉਂਕਿ ਕਲਯੁਗ ਵਿੱਚ ਨਾਮ ਜਪਣ ਵਾਲਿਆਂ ਦੀ ਬਦਨਾਮੀ ਹੋਈ। ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲੱਖਣ। ਇਹ ਕਲਯੁਗ ਦੇ ਲੱਛਣ ਨੇ। ਆਇਆ ਕਲਯੁਗ, ਜਿੱਥੇ ਨਾਮ ਜਪਣ ਵਾਲਿਆਂ ਦੀ ਨਿੰਦਾ ਹੋਵੇ ਸਮਝ ਲਓ ਉੱਥੇ ਕਲਯੁਗ ਦਾ ਘਰ ਹੈ।
ਕੋਈ ਪੁੱਛੇ ਜੀ ਕਲਯੁਗ ਦਾ ਘਰ ਕਿਹੜਾ ਹੈ, ਕਲਯੁਗ ਦਾ ਟਿਕਾਣਾ ਕਿਹੜਾ ਹੈ, ਕਲਯੁਗ ਦੀ ਪੱਕੀ ਥਾਂ ਕਿਹੜੀ ਹੈ? ਕਲਯੁਗ ਦੀ ਪੱਕੀ ਥਾਂ ਉਹ ਥਾਂ ਹੈ ਜਿੱਥੇ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਨਿੰਦਾ ਹੋਵੇ। ਉਹ ਜਗ੍ਹਾ ਤੇ ਕਲਯੁਗ ਪ੍ਰਤੱਖ ਵਰਤਦਾ, ਉੱਥੇ ਕਲਯੁਗ ਵਰਤਦਾ। ਖਾਲਸਾ ਜੀ ਬੜੇ ਸੂਖਮ ਬਚਨ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ। ਰੱਬ ਦੇ ਪਿਆਰਿਆਂ ਦੀ ਨਿੰਦਾ ਸੰਸਾਰ ਦੇ ਵਿੱਚ ਜਦੋਂ ਕਿਤੇ ਦੁਨੀਆ ਦਾ ਅੰਤ ਆਇਆ ਹੋਵੇ ਨਾ, ਪਤਾ ਹੈ ਵੀ ਹੁਣ ਦੀਵੇ ਨੇ ਬੁੱਝਣਾ ਹੋਵੇ ਨਾ ਤੇ ਉਹ ਜ਼ਿਆਦਾ ਫੜਫੜਾਉਂਦਾ ਹੈ। ਜਦੋਂ ਦੁਨੀਆ ਦਾ ਅੰਤ ਆਇਆ ਹੋਵੇ ਨਾ, ਉਦੋਂ ਫਿਰ ਆਹੀ ਕੁਝ ਹੁੰਦਾ, ਰੱਬ ਦੇ ਪਿਆਰਿਆਂ ਦੀ ਨਿੰਦਾ, ਗੁਰਬਾਣੀ ਦੀ ਬੇਅਦਬੀ। ਜਦੋਂ ਪਤਾ ਹੈ ਵੀ ਹੁਣ ਅੰਤ ਵਾਲੇ ਪਾਸੇ ਹੈ ਕੰਮ, ਫੜਫੜਾਉਂਦਾ ਨਾ ਜ਼ਿਆਦਾ ਦੀਵਾ ਵੀ ਬੁੱਝਣ ਤੋਂ ਪਹਿਲਾਂ। ਉਹ ਸਮੇਂ ਬਣ ਰਹੇ ਨੇ, ਉਹ ਆਸਾਰ ਬਣ ਰਹੇ ਨੇ ਸੰਸਾਰ ਵਿੱਚ। ਸਮਾਪਤੀ ਵਾਲੇ ਪਾਸੇ ਸ੍ਰਿਸ਼ਟੀ ਜਾ ਰਹੀ ਹੈ, ਅੰਤ ਵਾਲੇ ਪਾਸੇ ਲੋਕ ਵੱਧ ਰਹੇ ਨੇ। ਇਸੇ ਕਰਕੇ ਅੰਤ ਹੀ ਕਰੀ ਜਾਂਦੇ ਹੈ, ਜੋ ਕਰਦੇ ਅੰਤ ਹੀ ਸਿਰਾ ਹੀ ਕਰੀ ਜਾਂਦੇ ਹੈ। ਪਾਪ ਵੀ ਅੰਤ ਦੇ ਹੋ ਰਹੇ ਨੇ, ਮਾੜੇ ਭੈੜੇ ਕਰਮ ਵੀ ਅੰਤ ਦੇ ਹੋ ਰਹੇ ਨੇ। ਰੱਬ ਦੇ ਪਿਆਰਿਆਂ ਸਾਧੂਆਂ ਦੀ ਨਿੰਦਾ ਦੀ ਵੀ ਅੰਤ ਹੀ ਹੋ ਗਈ ਹੈ, ਆਤੀ ਹੋ ਗਈ ਹੈ। ਕਥਾ ਹੀ ਲੋਕਾਂ ਨੂੰ ਚੰਗੀ ਲੱਗਣ ਲੱਗ ਪਈ। ਧਰਮ ਸਥਾਨਾਂ ਦੇ ਉੱਤੇ ਕਥਾ ਹੋਵੇ, ਕੇਵਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਵਡਿਆਈਆਂ ਹੋਣ, ਮਨੁੱਖ ਦੇ ਆਪਣੀਆਂ ਖਾਮੀਆਂ ਦੀ, ਆਪਣੀ ਖਾਮੀ ਦੀ ਬਾਤ ਹੋਵੇ, ਆਪਣੀਆਂ ਖਾਮੀਆਂ ਦੀ ਘੱਟ, ਦੂਸਰਿਆਂ ਦੀਆਂ ਖਾਮੀਆਂ ਵੱਧ ਦੱਸੀਆਂ ਜਾਂਦੀਆਂ। ਫਲਾਣਾ ਇਦਾਂ ਕਰਦਾ, ਅਮਕਾ ਇਦਾਂ ਕਰਦਾ। ਖਾਲਸਾ ਜੀ ਸਵਰੂਪ ਹੀ ਤਬਦੀਲ ਕਰਕੇ ਰੱਖ ਦਿੱਤਾ ਹੈ ਹਰੀ ਜਸ ਦਾ। ਇਹ ਦੱਸੋ ਐਸੀ ਕਥਾ ਨੂੰ ਤੁਸੀਂ ਕਹੋਗੇ ਸਭ ਤੇ ਉੱਤਮ ਹਰ ਕੀ ਕਥਾ? ਕਿਵੇਂ ਕਹੋਗੇ ਐਸੀ ਕਥਾ ਨੂੰ ਸਭ ਤੋਂ ਉੱਤਮ ਹਰ ਕੀ ਕਥਾ? ਜਿਹਦੇ 'ਚ ਹਰੀ ਦੀ ਗੱਲ ਹੀ ਕੋਈ ਨਹੀਂ, ਉਹਨੂੰ ਹਰੀ ਦੀ ਕਥਾ ਕਹਿ ਕੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ। ਸੁਚੇਤ ਹੋਵੋ ਭਾਈ, ਸਾਵਧਾਨ ਹੋਵੋ। ਮਹਾਰਾਜ ਜੀ ਕਹਿੰਦੇ ਕਲਯੁਗ ਦੇ ਲੱਛਣ ਨੇ ਨਾਮ ਜਪਣ ਵਾਲਿਆਂ ਦੀ ਬਦਨਾਮੀ ਹੁੰਦੀ ਹੈ। ਜਿਸ ਸਿਕਦਾਰੀ ਤਿਸ ਹੈ ਖੁਆਰੀ, ਚਾਕਰ ਕੇ ਡਰਨਾ। ਜਿਹੜਾ ਵੱਡਾ ਸਿਕਦਾਰ ਹੁੰਦਾ ਨਾ, ਜਿਹਦੇ ਕੋਲ ਸਿਰ ਤੇ ਚੰਗੀ ਕੋਈ ਜ਼ਿੰਮੇਵਾਰੀ ਦੀ ਪੰਡ ਹੁੰਦੀ ਆ, ਖੁਆਰੀ ਉਹਨੂੰ ਹੁੰਦੀ। ਜਿਹੜਾ ਉਹਦਾ ਨੌਕਰ ਚਾਕਰ ਹੁੰਦਾ, ਉਹਨੂੰ ਕਾਹਦਾ ਡਰ? ਨੌਕਰ ਨੂੰ ਤਾਂ ਨਹੀਂ ਡਰ ਹੁੰਦਾ। ਨੌਕਰ ਨੂੰ ਪਤਾ ਆਪੇ ਮਾਲਕ ਦਾ ਕੰਮ ਉਹ ਜਾਣੇ, ਆਪਣਾ ਕੰਮ ਆਪਣਾ, ਆਪਾਂ ਨੂੰ ਪੈਸੇ ਤਨਖਾਹ ਮਿਲ ਜਾਣੀ ਆ, ਉਹਨੂੰ ਪਵੇ ਘਾਟਾ, ਉਹਨੂੰ ਪਵੇ ਵਾਧਾ, ਮੇਰਾ ਕੀ। ਟੈਨਸ਼ਨ ਤਾਂ ਉਹਨੂੰ ਮਾਲਕ ਨੂੰ ਹੁੰਦੀ ਹੈ, ਜਿਹੜਾ ਸਰਦਾਰ ਹੈ ਉਹਨੂੰ ਸਿਕਦਾਰ ਨੂੰ ਹੁੰਦੀ ਹੈ, ਚਾਕਰ ਨੂੰ ਕਿਹੜਾ ਡਰ ਹੈ। ਇਸੇ ਤਰ੍ਹਾਂ ਪਰਮੇਸ਼ਰ ਮਾਲਕ ਹੈ, ਅਸੀਂ ਸਭ ਉਹਦੇ ਚਾਕਰ ਹਾਂ, ਨੌਕਰ ਹਾਂ। ਸਾਡਾ ਸਾਰਿਆਂ ਦਾ ਫਿਕਰ ਉਹਨੂੰ ਹੈ, ਸਾਨੂੰ ਕਾਹਦਾ ਡਰ ਬਈ? ਅਸੀਂ ਤਾਂ ਉਹਦੇ ਦਾਸ ਹਾਂ, ਸੇਵਕ ਹਾਂ। ਉਹਨੂੰ ਚਿੰਤਾ ਜਿਹਦੇ ਦਰ ਦੇ ਉੱਤੇ ਸੇਵਾ ਕਰਦੇ ਆ, ਜਿਹਦੇ ਦਰ ਦੇ ਉੱਤੇ ਆ ਕੇ ਹੱਥ ਜੋੜ ਕੇ ਮੰਗਾਂ ਮੰਗਦੇ ਆ, ਉਹਨੂੰ ਚਿੰਤਾ ਸਾਡੀ, ਉਹਨੂੰ ਸਾਡਾ ਫਿਕਰ ਹੈ। ਚਾਕਰ ਨੂੰ ਕਿਹੜਾ ਡਰ? ਹਾਂਜੀ। ਜਾ ਸਿਕਦਾਰੈ ਪਵੈ ਜੰਜੀਰੀ, ਤਾ ਚਾਕਰ ਹੱਥੋਂ ਮਰਨਾ। ਵੱਡੇ ਵੱਡੇ ਸਕਦਾਰ ਜਿਹੜੇ ਸੰਸਾਰ 'ਚ ਕਹਾਉਂਦੇ ਵੀ ਅਸੀਂ ਸਕਦਾਰ ਹਾਂ, ਅਸੀਂ ਚੌਧਰੀ ਹਾਂ, ਅਸੀਂ ਪਾਤਸ਼ਾਹ ਹਾਂ, ਅਸੀਂ ਉਮਰਾਵ ਹਾਂ, ਉਹ ਜਿਹੜੇ ਵੱਡੇ ਵੱਡੇ ਸਕਦਾਰ ਕਹਾਉਂਦੇ ਆ, ਜਦੋਂ ਸਮਾਂ ਪੈਂਦਾ ਨਾ ਤੇ ਉਹਨਾਂ ਦੇ ਗਲਾਂ 'ਚ ਜੰਜੀਰਾਂ ਪੈ ਜਾਂਦੀਆਂ, ਬੇੜੀਆਂ ਪੈ ਜਾਂਦੀਆਂ। ਤੇ ਜਿਹੜੇ ਪਹਿਲਾਂ ਉਹਨਾਂ ਅੱਗੇ ਨੌਕਰ ਹੱਥ ਜੋੜ ਕੇ ਖਲੋਤੇ ਹੁੰਦੇ ਆ ਨਾ, ਉਹੀ ਨੌਕਰ ਗਲ 'ਚ ਜੰਜੀਰਾਂ ਪਾ ਕੇ ਬੰਨ੍ਹ ਕੇ ਮਾਰਦੇ ਆ। ਜਿਹੜੇ ਬਾਦਸ਼ਾਹ ਸ਼ਾਹਜਹਾਨ ਦੇ ਨੌਕਰ ਸੀ, ਕਿਸੇ ਸਮੇਂ ਸ਼ਾਹਜਹਾਨ ਆਉਂਦਾ ਤੇ ਸਜਦਾ ਕਰਦੇ ਸੀ। ਜਦੋਂ ਔਰੰਗਜ਼ੇਬ ਬਾਦਸ਼ਾਹ ਬਣਿਆ, ਪਿਓ ਨੂੰ ਕੈਦ ਕਰ ਲਿਆ। ਕਿਹਨਾਂ ਨੇ ਕੈਦ ਕੀਤਾ? ਉਹਨਾਂ ਨੌਕਰਾਂ ਨੇ, ਜਿਹੜੇ ਪਹਿਲਾਂ ਸ਼ਾਹਜਹਾਨ ਦੇ ਨੌਕਰ ਸੀ। ਤੇ ਕੈਦ ਕਰਕੇ ਉਹੀ ਮਾਰਦੇ ਆ ਸ਼ਾਹਜਹਾਨ ਨੂੰ। ਜਦੋਂ ਵੱਡੇ ਵੱਡੇ ਸਕਦਾਰਾਂ ਦੇ ਗਲਾਂ 'ਚ ਜੰਜੀਰੀਆਂ ਪੈਂਦੀਆਂ ਨੇ ਨਾ, ਫਿਰ ਉਹਨਾਂ ਦੇ ਚਾਕਰ, ਉਹਨਾਂ ਦੇ ਨੌਕਰ ਹੀ ਉਹਨਾਂ ਦੇ ਗਲਾਂ 'ਚ ਜੰਜੀਰਾਂ ਪਾਉਂਦੇ ਆ। ਫਿਰ ਚਾਕਰਾਂ ਦੇ ਹੱਥੋਂ ਹੀ ਮਰਨਾ ਪੈਂਦਾ। ਕਿੰਨੇ ਪ੍ਰਮਾਣ ਨੇ, ਕਿੰਨੇ ਪ੍ਰਮਾਣ ਨੇ। ਉਹ ਵੱਡੇ ਵੱਡੇ ਜਿਹੜੇ ਜ਼ੁਲਮ ਦੀ ਅੰਤਹਾ ਕਰਦੇ ਸਨ, ਜਿਨ੍ਹਾਂ ਨੇ ਰੱਜ ਕੇ ਜ਼ੁਲਮ ਕੀਤੇ, ਰੱਜ ਕੇ ਜਰਵਾਣੀ ਬਿਰਤੀ ਦਾ ਆਪਣਾ ਸੰਸਾਰ ਦੇ ਵਿੱਚ ਪ੍ਰਗਟਾਵਾ ਕੀਤਾ,
ਤੇ ਫਿਰ ਜਿਹੜੇ ਉਹਨਾਂ ਦੀ ਚਾਕਰੀ ਕਰਨ ਵਾਲੇ ਸਨ ਉਹਨਾਂ ਨੇ ਹੀ ਫੜ ਕੇ ਤਿਨਾਂ ਨੂੰ ਮਾਰ ਕੱਤਿਆ। ਇਹੀ ਵਿਧਾਨ ਹੈ ਕਲੀ ਕਾਲ ਦੇ ਵਿੱਚ, ਇਹ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਚਾਕਰ ਹੱਥੋਂ ਮਰਨਾ, ਫਿਰ ਚਾਕਰਾਂ ਦੇ ਹੱਥੋਂ ਹੀ ਉਹਨਾਂ ਨੂੰ ਮਰਨਾ ਪੈਂਦਾ। ਵੱਡੇ ਵੱਡੇ ਸਕਦਾਰ ਕਹਾਣ ਵਾਲਿਆਂ ਨੂੰ ਆਖ ਗੁਣਾ ਕਲ ਆਈਐ। ਕਹਿੰਦੇ ਫਿਰ ਕੀ ਕਰੀਏ, ਕਲਯੁਗ ਆਇਆ, ਕੀ ਕਰੀਏ ਭਾਈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹੋ ਜਿਹਾ ਕਲਯੁਗ ਆ ਗਿਆ, ਕੀ ਕਰੀਏ? ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਰੱਬ ਦੇ ਗੁਣ ਗਾਈਏ, ਆਖ ਗੁਣਾ ਕਲ ਆਈ ਹੈ। ਰੱਬ ਦੇ ਗੁਣ ਗਾਓ ਭਾਈ, ਕਲਯੁਗ ਆ ਗਿਆ। ਜੇ ਬਚਣਾ ਕਲੀ ਕਾਲ ਦਾ, ਕਲਯੁਗ ਦਾ ਮਤਲਬ ਹੈ ਨਹੀਂ ਸੀ ਵੀ ਕਿਸੇ ਦੇਸ਼ ਤੋਂ ਆਇਆ। ਮਹਾਰਾਜ ਕਹਿੰਦੇ ਸੁਭਾਅ ਇਦਾਂ ਦੇ ਆ ਗਏ ਨੇ। ਜੇ ਕਲਯੁਗ ਦੇ ਐਸੇ ਸੁਭਾਅ ਤੋਂ ਬਚਣਾ ਤਾਂ ਫਿਰ ਵਾਹਿਗੁਰੂ ਦੇ ਗੁਣ ਗਾਓ, ਪਰਮੇਸ਼ਰ ਦੇ ਗੁਣ ਗਾਓ, ਅਕਾਲ ਪੁਰਖ ਦੀਆਂ ਸਿਫਤਾਂ ਤੇ ਵਡਿਆਈਆਂ ਕਰੋ। ਇਹੋ ਜੁਗ ਕੇਰਾ ਰਹਿਆ ਤਪਾਵਸ, ਜੇ ਗੁਣ ਦੇਹੇ ਤਾ ਪਾਈਐ। ਇਹ ਤਿੰਨਾਂ ਯੁੱਗਾਂ ਤੋਂ ਬਾਅਦ ਤਪਾਵਸ ਨਬੇੜੇ ਦਾ ਯੁੱਗ ਹੈ, ਇਨਸਾਫ ਦਾ ਯੁੱਗ ਹੈ। ਕਲਯੁਗ ਤਾਂ ਉੱਤਮ ਹੀ ਬੜਾ, ਮਹਾਰਾਜ ਜੀ ਕਹਿੰਦੇ ਇਹ ਬੜਾ ਉੱਤਮ ਹੈ। ਪਹਿਲੇ ਯੁੱਗਾਂ ਤੋਂ ਉੱਤਮ ਕਿਉਂ ਹੈ? ਕਿਉਂਕਿ ਹੁਣ ਇਹ ਨਬੇੜੇ ਦਾ ਯੁੱਗ ਹੈ। ਜਿਹੜਾ ਕਰੇਗਾ ਉਹੀ ਭਰੇਗਾ। ਇਹ ਨਬੇੜਾ, ਤਪਾਵਸ ਦਾ ਮਤਲਬ ਹੁੰਦਾ ਇਨਸਾਫ, ਤਪਾਵਸ ਦਾ ਮਤਲਬ ਹੁੰਦਾ ਨਿਆਏ। ਇਹ ਨਿਆਏ ਦਾ ਸਮਾਂ ਹੈ, ਹੁਣ ਇਨਸਾਫ ਦਾ ਯੁੱਗ ਹੈ। ਇਸ ਕਰਕੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਗੁਣ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਗੁਣ ਬਖਸ਼ਦਾ। ਜੇ ਗੁਣ ਦੇਹ ਤਾਂ ਪਾਈਐ, ਜੇ ਵਾਹਿਗੁਰੂ ਗੁਣ ਦੇਵੇ ਤਾਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਕਲ ਕਲ ਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸ਼ਨਾ ਹੋਆ। ਮਹਾਰਾਜ ਜੀ ਕਹਿੰਦੇ ਕਲੀ ਕਾਲ ਦੇ ਵਿੱਚ ਆ ਵੀ ਬਿਰਤੀ ਹੈ ਕਿ ਤੁਰਕਾਂ ਦਾ ਰਾਜ ਹੈ ਤੇ ਉਹਨਾਂ ਨੇ ਆਪਣੇ ਸ਼ਰ੍ਹਾ ਦੇ ਨਿਯਮ ਚਲਾਏ ਹੋਏ ਨੇ। ਸਰਾ ਨਿਬੇੜੀ, ਆਪਣੀ ਸ਼ਰ੍ਹਾ ਦੇ ਜਿਹੜੇ ਕਾਨੂੰਨ ਨੇ ਕਾਜੀ ਆਪਣੀ ਮਰਜ਼ੀ ਨਾਲ ਬਣਾਉਂਦੇ ਆ, ਮਰਜ਼ੀ ਨਾਲ ਲੋਕਾਂ ਦਾ ਇਨਸਾਫ ਕਰਦੇ ਆ। ਸਰਾ ਨਿਬੇੜੀ। ਕਲਯੁਗ ਦੇ ਜਿਹੜੇ ਕਾਜੀ ਨੇ ਕ੍ਰਿਸ਼ਨਾ ਦਾ ਮਤਲਬ ਹੁੰਦਾ ਕਾਲੇ ਹੋਆ, ਕਾਲੇ ਹੋ ਗਏ ਨੇ ਪਾਪ ਕਰ ਕਰਕੇ। ਕਾਜੀ ਜਿਹੜੇ ਇਨਸਾਫ ਕਰਨ ਵਾਲੇ ਸੀ ਉਹ ਕਾਲੇ ਹੋ ਗਏ ਪਾਪ ਕਰ ਕਰਕੇ। ਉਹਨਾਂ ਨੇ ਆਪਣੀ ਸ਼ਰ੍ਹਾ ਦੇ ਨਿਯਮ ਆਪਣੇ ਹੀ ਬਣਾ ਲਏ, ਆਪਣੇ ਹੀ ਕਾਨੂੰਨ ਬਣਾ ਲਏ। ਜਿਹੜਾ ਕਾਨੂੰਨ ਮੈਨੂੰ ਚੰਗਾ ਲੱਗੇ ਉਹਦੇ ਮੁਤਾਬਕ ਮੈਂ ਇਨਸਾਫ ਕਰਾਂ। ਇਹ ਕਿੱਥੋਂ ਦਾ ਵਿਧਾਨ ਹੈ ਭਾਈ? ਕਾਜ਼ੀਆਂ ਨੇ ਆਪਣੀ ਸ਼ਰ੍ਹਾ ਦੇ ਹੀ ਕਾਨੂੰਨ ਬਣਾ ਕੇ ਲੋਕਾਂ ਦੇ ਇਨਸਾਫ ਕਰਨੇ ਕਰ ਦਿੱਤੇ ਔਰ ਪਾਪ ਕਰ ਕਰਕੇ ਕਾਲੇ ਹੋ ਗਏ। ਬਾਣੀ ਬ੍ਰਹਮਾ ਵੇਦ ਅਥਰਵਣ, ਕਰਨੀ ਕੀਰਤ ਲਹਿਆ। ਕਹਿੰਦੇ ਜਿਹੜੀ ਵੇਦਾਂ ਦੀ ਬਾਣੀ ਹੈ, ਅਥਰਵਣ ਆਦਿਕ ਵੇਦਾਂ 'ਚ ਕਹੀ ਗਈ ਹੈ, ਤੇ ਉਹਦੇ ਵਿੱਚ ਜਿਹੜੀ ਕਰਨੀ ਹੈ ਕੀਰਤੀ ਪਰਮੇਸ਼ਰ ਦੀ, ਉਹਦੇ ਤੋਂ ਜੀਵ ਖੁੰਝ ਗਏ ਨੇ, ਰਹਿਤ ਹੋ ਗਏ ਨੇ। ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ। ਮਹਾਰਾਜ ਜੀ ਕਹਿੰਦੇ ਪਤ ਤੋਂ ਬਿਨਾਂ ਕਾਹਦੀ ਪੂਜਾ? ਵਿਖਾਵੇ ਵਾਸਤੇ ਪੂਜਾ ਤੇ ਇੱਜ਼ਤ ਹੈ ਨਹੀਂ ਮਨ 'ਚ। ਉਦਾਂ ਮਨ 'ਚ ਇੱਜ਼ਤ ਨਾ ਹੋਵੇ ਤੇ ਮੂੰਹ ਤੋਂ ਕਹੇ ਜੀ ਮੈਂ ਤਾਂ ਪੂਜਾ ਕਰਨੀ ਆ ਤੁਹਾਡੀ। ਇੱਕ ਮਾਈ ਕਿਸੇ ਸਾਧ ਕੋਲ ਆਈ, ਵੇਖਦਿਆਂ ਵੇਖਦਿਆਂ ਆ ਗਈ, ਦਿਲ ਤਾਂ ਨਹੀਂ ਸੀ ਕਰਦਾ ਉਹਦਾ। ਆ ਕੇ ਕਹਿਣ ਲੱਗੀ, ਆ ਬਾਬਾ ਤੇਰੇ ਖਰੌੜੇ ਉਰੇ ਕਰੀ, ਮੈਂ ਥੋੜਾ ਜਿਹਾ ਮੱਥਾ ਟੇਕਣਾ। ਲਾਗੇ ਕੋਈ ਬੈਠਾ, ਉਹ ਕਹਿਣ ਲੱਗਾ ਮਾਈ ਤੂੰ ਖਰੌੜੇ ਕਹਿਨੀ ਐ, ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਕਹਿਣ ਲੱਗੀ ਵੀ ਹੋਰ ਕੀ ਆਖਾਂ, ਖਰੌੜੇ ਹੀ ਨੇ। ਉਹ ਕਹੇ ਵੀ ਚਰਨ ਕਿਹਾ ਕਰੋ, ਮਹਾਂਪੁਰਸ਼ਾਂ ਦੇ ਚਰਨ ਹੁੰਦੇ। ਕਹਿੰਦੀ ਆਹ ਹੀ ਜਿਹੜੇ ਸੜਨ ਜੋਗਿਆਂ ਦਾ ਮੈਨੂੰ ਨਾਂ ਨਹੀਂ ਆਉਂਦਾ, ਇਹ ਹੀ ਕਰ ਲੈ ਉਰੇ। ਹੁਣ ਮਨ 'ਚ ਪਤ ਨਹੀਂ, ਪਰ ਮਨ 'ਚ ਇੱਛਾ ਹੈ ਵੀ ਮੈਂ ਇਹਦੀ ਪੂਜਾ ਕਰਾਂ। ਜੇ ਇੱਜ਼ਤ ਨਹੀਂ ਤੇ ਪੂਜਾ ਕਿਹੜੇ ਕੰਮ ਦੀ ਬਈ? ਪਤ ਬਿਨ ਪੂਜਾ। ਉਦਾਂ ਕਹਿੰਦੇ ਜੀ ਅਸੀਂ ਪੂਜਾ ਕਰਦੇ ਹਾਂ ਭਗਵਾਨ ਦੀ, ਮਨ 'ਚ ਇੱਜ਼ਤ ਹੈ ਨਹੀਂ, ਭਾਵਨਾ ਹੈ ਨਹੀਂ, ਵਿਖਾਵੇ ਵਾਸਤੇ ਅਸੀਂ ਪੂਜਾ ਕਰਦੇ ਹਾਂ। ਮਹਾਰਾਜ ਕਹਿੰਦੇ ਕਿਸੇ ਕੰਮ ਦੀ ਨਹੀਂ। ਪਤ ਬਿਨ ਪੂਜਾ, ਸਤ ਬਿਨ ਸੰਜਮ। ਜੇ ਸਤ ਨਹੀਂ ਤੇ ਬਾਹਰਲੀ ਫੋਕੀ ਰੱਖਿਆ ਸੰਜਮ। ਜੀ ਮੈਂ ਤਾਂ ਸੰਜਮ ਤੇ ਬੜਾ ਰੱਖਦਾ, ਮਰਿਆਦਾ ਬੜੀ ਰੱਖਦਾ। ਮਰਿਆਦਾ ਤਾਂ ਹੀ ਸਫਲੀ ਹੈ ਜੇ ਤੁਸੀਂ ਸੱਚ ਦੇ ਧਾਰ ਨਹੀਂ ਹੋ। ਜੇ ਸੱਚ ਨਹੀਂ ਅੰਦਰ ਤੇ ਫਿਰ ਮਰਿਆਦਾ ਦਾ ਵੀ ਕੀ ਮਤਲਬ ਹੋਇਆ? ਫਿਰ ਉਹ ਤਾਂ ਵਿਖਾਵਾ ਹੀ ਹੋਇਆ ਨਾ।
ਵੀ ਬਾਹਰੋਂ ਹੋਰ ਮਰਿਆਦਾ ਰੱਖਣ ਦਾ ਟਕਵੰਜ, ਅੰਦਰੋਂ ਹੋਰ। ਜਤ ਬਿਨ ਕਾਹੇ ਜਨੇਊ, ਉੱਦਾਂ ਜਨੇਊ ਵੀ ਪਾਉਂਦੇ ਜੇ ਜਤੀ ਨਹੀਂ ਹਨ, ਯਾਨੀ ਕਿ ਏਕਾ ਨਾਰੀ ਜਤੀ ਨਹੀਂ ਹਨ। ਆ ਮਾੜੇ ਭੈੜੇ ਰਾਸ ਲੀਲਾ ਦੇ ਨਾਂ ਦੇ ਉੱਤੇ ਕਾਮ ਦੀਆਂ ਵਿਚਾਰ ਦੀਆਂ ਭਾਵਨਾਵਾਂ ਨਾਲ ਮੰਦੀਆਂ ਬਿਰਤੀਆਂ ਭੋਗਦੇ ਐ, ਉਹਦਾ ਜਨੇਊ ਪਾਏ ਹੋਏ ਆ। ਮਹਾਰਾਜ ਕਹਿੰਦੇ ਜੱਤ ਤੋਂ ਬਿਨਾਂ ਕਾਹਦਾ ਜਨੇਊ, ਉਹ ਤੁਹਾਡਾ ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਹੋ ਰਹੇ ਹੋ। ਜੱਤ ਬਿਨਾਂ ਇਹ ਜਨੇਊ ਵੀ ਕਿਸੇ ਕੰਮ ਦਾ ਨਹੀਂ। ਨਾਵਹੁ ਧੋਵਹੁ ਤਿਲਕ ਚੜਾਵਹੁ, ਸੁਚ ਬਿਨ ਸੋਚ ਨਾ ਹੋਈ। ਉਦਾਂ ਨਹਾਉਂਦੇ ਵੀ ਹੋ, ਧੋਂਦੇ ਵੀ ਹੋ, ਆਪਣੇ ਆਪ ਨੂੰ ਚੰਗੀ ਤਰ੍ਹਾਂ ਨਹਾਉਂਦੇ ਧੋਂਦੇ ਹੋ, ਫੇਰ ਤਿਲਕ ਵੀ ਚੜਾਉਂਦੇ ਹੋ ਸਰੀਰ ਤੇ ਪਾਤਸ਼ਾਹ ਕਹਿੰਦੇ ਜੇ ਸੱਚ ਨਹੀਂ ਹਿਰਦੇ ਵਿੱਚ ਤੇ ਸੱਚ ਤੋਂ ਬਿਨਾਂ ਤੁਸੀਂ ਪਵਿੱਤਰ ਨਹੀਂ ਹੋ ਸਕਦੇ। ਸੱਚ ਬਿਨ ਸੋਚ ਨਾ ਹੋਈ, ਸੱਚ ਤੋਂ ਬਿਨਾਂ ਤੁਸੀਂ ਪਵਿੱਤਰ ਨਹੀਂ ਹੋ ਸਕਦੇ, ਸ਼ੁੱਧ ਨਹੀਂ ਹੋ ਸਕਦੇ। ਪਵਿੱਤਰਤਾ ਉੱਥੇ ਹੈ ਜਿੱਥੇ ਸੱਤ ਹੋਵੇ, ਜਿੱਥੇ ਸੱਤ ਨਹੀਂ ਉੱਥੇ ਪਵਿੱਤਰਤਾ ਨਹੀਂ ਹੈ। ਤੁਹਾਡੇ ਘਰ ਵਿੱਚ ਕੋਈ ਰਾਜਾ ਆਵੇ, ਤੁਹਾਡੇ ਘਰ ਵਿੱਚ ਕੋਈ ਮੰਤਰੀ ਆਵੇ, ਤੁਹਾਡੇ ਘਰ ਵਿੱਚ ਕੋਈ ਵੱਡਾ ਅਫਸਰ ਆਵੇ, ਉਹਦੇ ਆਉਣ ਨਾਲ ਤੁਹਾਡਾ ਘਰ ਪਵਿੱਤਰ ਨਹੀਂ ਹੋ ਜਾਂਦਾ, ਪਵਿੱਤਰਤਾ ਨਹੀਂ ਹੁੰਦਾ। ਅਸੀਂ ਉਹਦਾ ਧੰਨਵਾਦ ਜ਼ਰੂਰ ਕਰਦੇ ਹਾਂ ਵੀ ਧੰਨਵਾਦ ਤੂੰ ਆਇਆ, ਪਰ ਘਰ ਤਾਂ ਨਹੀਂ ਪਵਿੱਤਰ ਹੋਇਆ। ਘਰ ਕਦੋਂ ਪਵਿੱਤਰ ਹੁੰਦਾ, ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਹੈ, ਫਿਰ ਘਰ ਪਵਿੱਤਰ ਹੋ ਜਾਂਦਾ ਨਾ। ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਮਹਾਂਪੁਰਸ਼ ਆਉਂਦੇ ਆ, ਬ੍ਰਹਮ ਗਿਆਨੀ ਆਉਂਦੇ ਆ, ਤਤ ਵੇਤਾ ਆਉਂਦੇ ਆ, ਗੁਰਸਿੱਖ ਆਉਂਦੇ ਆ, ਫਿਰ ਘਰ ਪਵਿੱਤਰ ਹੋ ਜਾਂਦਾ, ਕਿਉਂਕਿ ਉਹਨਾਂ ਦੇ ਅੰਦਰ ਪਵਿੱਤਰਤਾ ਹੈ, ਉਹਨਾਂ ਦੇ ਅੰਦਰ ਸੱਤ ਹੈ। ਜਿਨ੍ਹਾਂ ਦੇ ਅੰਦਰ ਸੱਤ ਹੈ ਉਹ ਬਾਹਰੋਂ ਵੀ ਪਵਿੱਤਰ ਹੈ। ਜੇ ਅੰਦਰ ਸੱਚ ਹੀ ਨਹੀਂ ਤੇ ਫਿਰ ਕਾਹਦੀ ਪਵਿੱਤਰਤਾ, ਫਿਰ ਕੋਈ ਪਵਿੱਤਰਤਾ ਨਹੀਂ। ਪਵਿੱਤਰਤਾ ਦਾ ਸੰਬੰਧ ਹਿਰਦੇ ਵਿੱਚੋਂ, ਐਸਾ ਨਹੀਂ ਕਿ ਬਾਹਰੋਂ ਪਵਿੱਤਰ ਨਹੀਂ ਰਹਿਣਾ, ਬਾਹਰੋਂ ਵੀ ਗੁਰੂ ਸਾਹਿਬ ਨੇ ਸਾਨੂੰ ਇਸ਼ਨਾਨ ਪਾਨ ਕਰਨ ਦਾ ਹੁਕਮ ਕੀਤਾ, ਪਰ ਬਾਹਰ ਦੇ ਇਸ਼ਨਾਨ ਨਾਲ ਸਤਿਗੁਰੂ ਸਾਨੂੰ ਅੰਦਰ ਦਾ ਇਸ਼ਨਾਨ ਜ਼ਰੂਰ ਚੇਤੇ ਕਰਾਉਂਦੇ ਹੈ ਵੀ ਕਿਤੇ ਬਾਹਰਲੇ ਇਸ਼ਨਾਨ ਦੇ ਉਲਝੇਵੇਂ ਚ ਉਲਝਿਆ ਰਹਿ ਜੇ ਤੇ ਅੰਦਰਲੇ ਇਸ਼ਨਾਨ ਤੋਂ ਖੁੰਝਿਆ ਰਹੇ। ਮਹਾਰਾਜ ਸਾਨੂੰ ਦੋਵੇਂ ਇਸ਼ਨਾਨ ਦਾ, ਬਾਹਰ ਦੇ ਇਸ਼ਨਾਨ ਦਾ ਵੀ ਹੁਕਮ ਕਰਦੇ ਆ ਤੇ ਅੰਦਰ ਦੇ ਇਸ਼ਨਾਨ ਦਾ ਵੀ ਹੁਕਮ ਕਰਦੇ ਆ। ਜਦੋਂ ਕਹਿੰਦੇ ਨਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਉੱਥੇ ਬਾਹਰਲੇ ਇਸ਼ਨਾਨ ਦੀ ਗੱਲ ਹੈ ਤੇ ਨਾਲ ਸਿਮਰ ਪ੍ਰਭ ਆਪਣਾ ਅੰਦਰ ਦੇ ਇਸ਼ਨਾਨ ਦੀ ਵੀ ਗੱਲ ਹੈ ਵੀ ਦੋਵੇਂ ਇਸ਼ਨਾਨ ਕਰਨੇ ਆ ਗੁਰਸਿੱਖ ਨੇ। ਜੇ ਕਿਤੇ ਹਿਰਦੇ 'ਚ ਸੁੱਚ ਨਹੀਂ, ਹਿਰਦੇ 'ਚ ਸੱਚ ਨਹੀਂ, ਤਾਂ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਸੱਚ ਤੋਂ ਬਿਨਾਂ ਕਦੇ ਸੋਚ ਨਾ ਹੋਈ, ਪਵਿੱਤਰਤਾ ਨਹੀਂ ਹੋ ਸਕਦੀ। ਕਲ ਪਰਵਾਨ ਕਤੇਬ ਕੁਰਾਨ, ਕਲਯੁਗ ਦੇ ਵਿੱਚ ਕਤੇਬਾਂ ਤੇ ਕੁਰਾਨਾਂ ਪ੍ਰਵਾਨ ਹੋ ਰਹੀਆਂ, ਕਿਉਂਕਿ ਮੁਸਲਮਾਨਾਂ ਦਾ ਰਾਜ ਸੀ। ਜੋ ਕਤੇਬਾਂ 'ਚ ਕਿਹਾ ਜਾਂਦਾ, ਜੋ ਕੁਰਾਨ 'ਚ ਕਿਹਾ ਜਾਂਦਾ, ਉਹ ਲੋਕਾਂ ਨੂੰ ਜ਼ਬਰਦਸਤੀ ਮਨਾਇਆ ਜਾਂਦਾ। ਜਿਹੜੇ ਵੇਦ ਆਦਿਕ ਮੰਤਰ ਸੀ ਉਹ ਤਾਂ ਲੁਕ ਛਿਪ ਕੇ ਪੜ੍ਹਦੇ ਸੀ, ਲੋਕ ਬਾਹਰ ਪੜ੍ਹ ਹੀ ਨਹੀਂ ਸੀ ਸਕਦੇ। ਮਹਾਰਾਜ ਜੀ ਕਹਿੰਦੇ ਇਹ ਵੀ ਕਲਯੁਗ ਹੈ, ਜ਼ਬਰਦਸਤੀ ਤੁਸੀਂ ਆਪਣਾ ਧਰਮ ਕਿਸੇ ਨੂੰ ਮਨਾਓ, ਇਹ ਵੀ ਕਲਯੁਗ ਹੈ। ਜੇ ਉਦੋਂ ਤੁਰ ਕੇ ਕੰਮ ਕਰਦੇ ਸੀ ਤੇ ਮਹਾਰਾਜ ਉਹਦਾ ਵਿਰੋਧ ਕਰਦੇ ਆ, ਤੇ ਸਮਾਂ ਬਦਲਣ ਨਾਲ ਜੇ ਕੋਈ ਹੋਰ ਧਰਮ ਦਾ ਵਿਅਕਤੀ ਇਹ ਕੰਮ ਕਰਦਾ ਤੇ ਗੁਰੂ ਨਾਨਕ ਸਾਹਿਬ ਉਹਦਾ ਵੀ ਵਿਰੋਧ ਕਰਦੇ ਆ। ਇਹ ਨਹੀਂ ਉਦੋਂ ਤੁਰਕ ਕਰ ਰਹੇ ਸੀ ਤੇ ਜੇ ਬਾਅਦ ਵਿੱਚ ਕੋਈ ਹੋਰ ਸક્ષਮ ਬਣ ਕੇ ਦੂਜਾ ਕਰੇ ਤੇ ਸਤਿਗੁਰੂ ਉਹਦਾ ਵੀ ਓਨਾ ਹੀ ਵਿਰੋਧ ਕਰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜ਼ਬਰਦਸਤੀ ਕੀਤੀ ਜਾ ਰਹੀ ਹੈ, ਇਹ ਕਲਯੁਗ ਦਾ ਸੁਭਾਅ ਹੈ। ਪੋਥੀ ਪੰਡਿਤ ਰਹੇ ਪੁਰਾਣ, ਪੋਥੀਆਂ ਤੋਂ, ਪੰਡਤਾਂ ਤੋਂ, ਪੁਰਾਣਾਂ ਤੋਂ, ਵੇਦਾਂ ਤੋਂ ਇਹ ਪੰਡਤ ਰਹਿਤ ਹੋ ਗਏ, ਯਾਨੀ ਕਿ ਪੁਰਾਣ ਆਦਿਕ ਲੁਕਾ ਦਿੱਤੇ। ਨਾਨਕ ਨਾਉ ਭਇਆ ਰਹਿਮਾਨ, ਨਾਨਕ ਜੀ ਕਹਿੰਦੇ ਉਹ ਇੱਕ ਰੱਬ ਦਾ ਨਾਮ, ਉਹ ਜਿਹੜਾ ਰੱਬ ਸੀ ਉਹਨੂੰ ਰਹਿਮਨ ਕਹਿਣ ਲੱਗ ਪਏ ਨੇ, ਰਹਿਮਨ ਰਹੀਮ ਕਹਿਣ ਲੱਗ ਪਏ। ਰੱਬ ਦਾ ਨਾਮ ਬਦਲ ਕੇ ਨਾ, ਖਬਰਦਾਰ ਜੇ ਕਿਸੇ ਨੇ ਰੱਬ ਨੂੰ ਕਿਰਪਾਲੂ ਕਿਹਾ, ਉਹ ਕਹਿੰਦੇ ਰਹਿਮਨ ਕਹੋ। ਹਾਲਾਂਕਿ ਕਿਰਪਾਲੂ ਦਾ ਮਤਲਬ ਵੀ ਉਹੀ ਆ, ਰਹਿਮਨ ਦਾ ਮਤਲਬ ਵੀ ਉਹੀ ਆ। ਜਿਹਦੇ ਮਨ 'ਚ ਰਹਿਮ ਹੋਵੇ ਉਹਨੂੰ ਰਹਿਮਨ ਕਹਿ ਦਿੰਦੇ ਆ, ਜਿਹਦੇ ਮਨ 'ਚ ਕਿਰਪਾ ਹੋਵੇ ਉਹਨੂੰ ਕਿਰਪਾਲੂ ਕਹਿ ਦਿੰਦੇ। ਕਹਿੰਦੇ ਵੇਖੋ ਰੱਬ ਦਾ ਨਾਮ ਰਹਿਮਨ ਹੋ ਗਿਆ ਕਲਯੁਗ 'ਚ,
ਉਹਨੂੰ ਰਹੀਮ ਕਹਿ ਕੇ ਸਦਾਨ ਲੱਗ ਪਏ, ਕਹਿਣ ਲੱਗ ਪਏ ਕਰ ਕਰਤਾ ਤੂੰ ਏਕੋ ਜਾਣ। ਪਰ ਸੱਜਣੋ ਕਰਤਾ ਤਾਂ ਇੱਕੋ ਹੀ ਹੈ, ਉਹਨੂੰ ਕੋਈ ਰਹੀਮ ਕਵੇ ਤੇ ਕਰੀਮ ਕਵੇ ਤੇ ਭਾਵੇਂ ਕੋਈ ਰਾਮ ਕਹੇ ਤੇ ਭਾਵੇਂ ਕੋਈ ਅੱਲਾ ਕਵੇ, ਉਹ ਇੱਕੋ ਹੀ ਹੈ। ਇੱਕ ਦੇ ਹੀ ਅਨੇਕਾਂ ਨਾਂ ਨੇ ਭਾਈ। ਮਹਾਰਾਜ ਜੀ ਕਹਿੰਦੇ ਸੱਜਣੋ ਇੱਕੋ ਹੀ ਹੈ, ਉਹਨੂੰ ਕਿਉਂ ਵੰਡੀਆਂ ਪਾ ਕੇ ਵੰਡਦੇ ਜੇ? ਉਹ ਵੰਡਣ ਵਿੱਚ ਨਹੀਂ ਆਉਂਦਾ, ਉਹ ਅਖੰਡ ਹੈ, ਖੰਡਣ ਵਿੱਚ ਨਹੀਂ ਆਉਂਦਾ, ਉਹਦਾ ਵਿਭਾਜਨ ਨਹੀਂ ਕੀਤਾ ਜਾ ਸਕਦਾ। ਉਹ ਇੱਕ ਹੈ, ਅਨੇਕ ਵਿੱਚ ਵਰਤਦਾ ਹੋਇਆ ਵੀ ਇੱਕ ਹੈ। ਨਾਨਕ ਨਾਮ ਮਿਲੈ ਵਡਿਆਈ, ਏਦੂ ਉਪਰ ਕਰਮ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਵਡਿਆਈ ਪਰਮੇਸ਼ਰ ਦਾ ਨਾਮ ਜਪ ਕੇ ਮਿਲਦੀ ਹੈ ਨਾ, ਨਾਮ ਜਪਣ ਤੋਂ ਉੱਤੇ ਕੋਈ ਦੂਜਾ ਕਰਮ ਸੰਸਾਰ 'ਚ ਹੈ ਹੀ ਨਹੀਂ। ਏਦੂ ਉੱਪਰ ਕਰਮ ਨਹੀਂ, ਨਾਮ ਜਪਣ ਤੋਂ ਉੱਪਰ ਕੋਈ ਕਰਮ। ਕੋਈ ਪੁੱਛੇ ਸਭ ਤੋਂ ਵੱਡਾ ਕਰਮ ਕਿਹੜਾ, ਤਾਂ ਮਹਾਰਾਜ ਜੀ ਕਹਿੰਦੇ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ। ਨਾਮ ਜਪਣ ਤੋਂ ਉੱਪਰਲਾ ਕੋਈ ਕਰਮ ਹੈ ਹੀ ਨਹੀਂ, ਸਭ ਕਰਮ ਇਹਦੇ ਤੋਂ ਥੱਲੇ ਹੈ। ਸਭ ਤੋਂ ਉੱਪਰ ਕਰਮ ਹੈ ਪਰਮੇਸ਼ਰ ਦੇ ਨਾਮ ਦੀ ਵਡਿਆਈ, ਅਕਾਲ ਪੁਰਖ ਦੇ ਨਾਮ ਦੀ ਮਹਿਮਾ, ਅਕਾਲ ਪੁਰਖ ਦੇ ਨਾਮ ਦੀ ਸਾਧਨਾ। ਇਹ ਸਭ ਤੋਂ ਉੱਪਰਲਾ ਕਰਮ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਕਲਯੁਗ 'ਚ ਲੋਕ ਆਖਣਗੇ ਆ ਕਿ ਵੇਲਣਾ ਵਾਲਾ ਕੰਮ ਕਰਦੇ ਆ, ਕਿਉਂਕਿ ਜਿਹੜੇ ਨਾਮ ਲੈਂਦੇ ਲੋਕ ਉਹਨਾਂ ਦੀ ਬਦਨਾਮੀ ਕਰਦੇ ਆ। ਪਰ ਨਾਮ ਜਪਣ ਵਾਲੇ ਨੇ ਪਿੱਛੇ ਨਹੀਂ ਹਟਣਾ। ਹਾਥੀ ਝੂਲਦਾ ਟੁਰਿਆ ਜਾਂਦਾ, ਕੁੱਤੇ ਸੱਜੇ ਖੱਬੇ ਬੜਾ ਭੌਂਕਦੇ ਐ, ਉਹ ਆਪਣੀ ਚਾਲ ਤਾਂ ਨਹੀਂ ਛੱਡਦਾ ਹੈ। ਇਸੇ ਤਰ੍ਹਾਂ ਸਾਧਨਾ ਕਰਨ ਵਾਲਾ ਸਾਧਕ, ਲੋਕ ਜੋ ਮਰਜ਼ੀ ਆਖਣ ਕਹਿਣ, ਉਹਨੇ ਆਪਣੀ ਸਾਧਨਾ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਲੋਕਾਂ ਦੇ ਨਾਲ ਉਲਝਣ ਦੀ ਬਜਾਏ ਆਪਣੇ ਪਰਮਾਰਥ ਤੋਂ ਨਹੀਂ ਖੁੰਝਣਾ, ਆਪਣੇ ਪਰਮਾਰਥ ਦੇ ਰਸਤੇ ਤੇ ਸਿੱਧਾ ਹੋ ਕੇ ਟੁਰਦੇ ਰਹਿਣਾ। ਕਿਉਂਕਿ ਦੁਨੀਆ ਵਿੱਚ ਅਗਰ ਕੋਈ ਸਭ ਤੋਂ ਵੱਡਾ ਕਰਮ ਹੈ ਤਾਂ ਉਹ ਇਹੀ ਹੈ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਨਾਨਕ ਨਾਮ ਮਿਲੈ ਵਡਿਆਈ, 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 ਨਾਨਕ ਨਾਮ ਮਿਲੈ ਵਡਿਆਈ। ਏਦੋਂ ਉੱਪਰ ਕਰਮ ਨਹੀਂ, ਏਦੋਂ ਉੱਪਰ ਕਰਮ ਨਹੀਂ, ਏਦੋਂ ਉੱਪਰ ਕਰਮ ਨਹੀਂ, ਏਦੋਂ ਉੱਪਰ ਕਰਮ ਨਹੀਂ। ਕਹਿੰਦੇ ਵਾਹਿਗੁਰੂ ਜੀ ਤੇਰੇ ਨਾਮ ਦੀ ਵਡਿਆਈ ਮਿਲੇ, ਇਹਦੇ ਤੋਂ ਉੱਪਰ ਕੋਈ ਕਰਮ ਨਹੀਂ। ਦੂਜਾ ਅਰਥ ਇਹ ਵੀ ਹੈ, ਹੇ ਵਾਹਿਗੁਰੂ ਤੂੰ ਬੇਅੰਤ ਬਖਸ਼ਿਸ਼ਾਂ ਕਰਦਾ ਸਾਡੇ ਤੇ, ਬੇਅੰਤ ਹੀ ਰਹਿਮਤਾਂ ਕੀਤੀਆਂ ਨੇ। ਜੇ ਤੂੰ ਆਹ ਬਖਸ਼ਿਸ਼ ਕਰ ਦੇਵੇਂ, ਸਾਨੂੰ ਆਪਣੇ ਨਾਮ ਦੀ ਵਡਿਆਈ ਦੇ ਦੇਵੇਂ, ਹੇ ਵਾਹਿਗੁਰੂ ਇਸ ਬਖਸ਼ਿਸ਼ ਤੋਂ ਉੱਪਰ ਤਾਂ ਕੋਈ ਦੁਨੀਆ ਦੀ ਬਖਸ਼ਿਸ਼ ਹੀ ਕੋਈ ਨਹੀਂ। ਕਿਉਂਕਿ ਜਦੋਂ ਕਰਮ ਦਾ ਅਰਥ ਫਾਰਸੀ ਵਿੱਚ ਹੋਵੇਗਾ ਨਾ, ਕਰਮ ਦਾ, ਤੇ ਉਸ ਵੇਲੇ ਕਰਮ ਦਾ ਫਾਰਸੀ 'ਚ ਅਰਥ ਹੋਵੇਗਾ ਬਖਸ਼ਿਸ਼, ਤੇ ਜਦੋਂ ਸੰਸਕ੍ਰਿਤ ਵਿੱਚ ਅਰਥ ਹੋਵੇਗਾ ਕਰਮ ਦਾ ਤੇ ਉਹਦਾ ਅਰਥ ਹੋਵੇਗਾ ਕੰਮ, ਕਰਮ। ਤੋ ਦੋਵੇਂ ਅਰਥ ਭਾਵ ਏਦਾਂ ਮਹਾਂਪੁਰਸ਼ ਸਮਝਾਉਂਦੇ ਆ ਕਿ ਇਹਦੇ ਤੋਂ ਤਾਂ ਉੱਚਾ ਕੋਈ ਕਰਮ ਕੋਈ ਨਹੀਂ। ਦੂਜਾ ਅਰਥ ਜੇ ਵਾਹਿਗੁਰੂ ਨਾਮ ਜਪਣ ਦੀ ਵਡਿਆਈ ਦੇ ਦੇਵੇਂ, ਮੈਂ ਤੇਰਾ ਨਾਮ ਜਪਣ ਲੱਗ ਪਵਾਂ ਤੇਰੀ ਰਹਿਮਤ ਨਾਲ, ਤੇ ਤੇਰੀ ਇਸ ਰਹਿਮਤ ਤੋਂ ਉੱਪਰ ਕੋਈ ਰਹਿਮਤ ਦੁਨੀਆ ਦੀ ਹੈ ਹੀ ਕੋਈ ਨਹੀਂ। ਇਹ ਸਭ ਤੋਂ ਵੱਡੀ ਰਹਿਮਤ ਹੈ ਤੇਰੀ, ਇਹ ਤੇਰੀ ਸਭ ਤੋਂ ਵੱਡੀ ਬਖਸ਼ਿਸ਼ ਹੋਵੇਗੀ।
ਜੇ ਘਰ ਹੋਦੈ ਮੰਗਣ ਜਾਈਐ ਫਿਰ ਓ ਲਾਮਾ ਮਿਲੈ ਤਹੀ। ਜੇ ਘਰ ਹੁੰਦਿਆਂ ਬਾਹਰ ਮੰਗਣ ਜਾਈਏ ਤੇ ਉਹ ਲਾਂਭੇ ਮਿਲਦੇ ਆ। ਵੇਖੋ ਘਰ ਹੁੰਦਿਆਂ ਸੁਣਦਿਆਂ ਹੱਥ ਤੱਡੀ ਫਿਰਦਾ, ਲੋਕ ਲਾਂਭਾ ਦਿੰਦੇ ਆ ਉਹਨੂੰ ਵੀ ਇਹਦੇ ਕੋਲ ਸਾਰਾ ਕੁਝ ਆ, ਘਰ 'ਚ ਆ ਵੇਖੋ ਫਿਰ ਮੰਗਦਾ ਫਿਰਦਾ। ਇਹਨੂੰ ਸ਼ਰਮ ਨਹੀਂ ਆਉਂਦੀ? ਲੋਕ ਲਾਹਨਤਾਂ ਪਾਉਂਦੇ ਆ ਨਾ ਉਹਦੇ ਤੇ। ਜਿਹਦੇ ਘਰ ਹੋਵੇ ਉਹ ਬਾਹਰ ਮੰਗਦਾ ਫਿਰੇ, ਉਹਨੂੰ ਲੋਕ ਲਾਹਨਤਾਂ ਪਾਉਂਦੇ ਆ, ਉਹਨੂੰ ਲੋਕ ਲਾਂਭੇ ਦਿੰਦੇ ਆ। ਘਰ ਵਾਲੇ ਨੂੰ ਵੀ ਜਾ ਕੇ ਲਾਂਭਿਆ ਦਿੰਦੇ ਆ, ਉਹ ਤੁਹਾਡੇ ਘਰ ਦਾ ਫਲਾਣਾ ਮੈਂਬਰ ਬਾਹਰ ਮੰਗਦਾ ਫਿਰਦਾ, ਤੁਸੀਂ ਉਹਨੂੰ ਦਿੰਦੇ ਨਹੀਂ ਕੁਝ ਘਰੋਂ, ਤੁਹਾਡੇ ਘਰ ਹੈ ਨਹੀਂ ਕੁਝ। ਉਹ ਕਹਿੰਦੇ ਜੀ ਸਭ ਕੁਝ ਹੈ, ਫਿਰ ਉਹ ਕਿਉਂ ਮੰਗਦਾ ਫਿਰਦਾ? ਉਹ ਲਾਂਭੇ ਮਿਲਦੇ ਆ ਉਹਨਾਂ ਨੂੰ। ਮਹਾਰਾਜ ਜੀ, ਅਕਾਲ ਪੁਰਖ ਜੀ, ਤੁਹਾਡੇ ਘਰ ਵਿੱਚ ਸਭ ਕੁਝ ਆ। ਜੇ ਤੁਹਾਡੇ ਘਰ 'ਚ ਸਭ ਕੁਝ ਹੈ ਤੇ ਮੈਂ ਇਸ ਘਰ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਮੰਗਦਾ ਫਿਰਾਂ ਤੇ ਮੈਨੂੰ ਲਾਂਭੇ ਮਿਲਨੇ ਆ। ਗੁਰੂ ਬਾਬੇ ਦੇ ਘਰ ਨੂੰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਜਿਹੜਾ ਬੰਦੇ ਦਾ ਬੰਦਾ ਹੋਇਆ ਫਿਰਦਾ ਮਨਮੁਖ, ਖਾਲਸਾ ਜੀ ਉਹਨੂੰ ਸਿਵਾਏ ਲਾਂਭਿਆਂ ਦੇ ਕੁਝ ਨਹੀਂ ਮਿਲਦਾ, ਲਾਹਨਤਾਂ ਦੇ ਸਿਵਾਏ ਕੱਖ ਨਹੀਂ ਪ੍ਰਾਪਤ ਹੁੰਦਾ। ਘਰ ਹੁੰਦਿਆਂ ਬਾਹਰ ਮੰਗਦਾ, ਘਰ ਹੁੰਦੇ ਰਤਨ ਪਦਾਰਥ ਭੁੱਖੇ, ਘਰ ਵਿੱਚ ਰਤਨ ਨੇ ਫਿਰ ਵੀ ਭੁੱਖੇ ਟੁਰੇ ਫਿਰਨ, ਉਹ ਬੰਦਿਆਂ ਨੂੰ ਭਾਗਹੀਣੇ ਕਿਹਾ ਜਾਂਦਾ, ਮਾੜੇ ਕਰਮਾਂ ਵਾਲੇ ਕਿਹਾ ਜਾਂਦਾ ਹੈ, ਭਾਗਹੀਣ ਕਿਹਾ ਜਾਂਦਾ ਹੈ। ਸਭ ਕੁਝ ਸਾਹਿਬ ਦੇ ਘਰ ਵਿੱਚ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਭਾਵੇ। ਫਿਰ ਐਸਾ ਘਰ ਛੱਡ ਕੇ ਗੁਰਸਿੱਖ ਹੋਰ ਥਾਵਾਂ ਤੇ ਮੰਗੇ ਕੋਈ ਚੰਗਾ ਲੱਗਦਾ? ਸਿਰ ਤੇ ਦਸਤਾਰ ਬੱਧੀ ਹੋਵੇ ਸਿੱਖ ਦੇ, ਗਾਤਰਾ ਵੀ ਉੱਤੋਂ ਪਾਇਆ ਹੋਵੇ ਤੇ ਕਿਸੇ ਮੜੀ ਤੇ ਜਾ ਕੇ ਟੱਲ ਖੜਕਾਉਂਦਾ ਫਿਰੇ, ਇਹ ਸਿੱਖ ਦਾ ਕਰਮ ਨਹੀਂ, ਇਹ ਸਿੱਖ ਦਾ ਕਰਤੱਵ ਨਹੀਂ। ਗੁਰੂ ਕਾ ਸਿੱਖ ਕੇਵਲ ਆਪਣੇ ਗੁਰੂ ਤੇ ਨਿਸ਼ਚਾ ਰੱਖੇ। ਸਿੱਖ ਦੀ ਪਰਿਭਾਸ਼ਾ ਹੀ ਇਹ ਹੈ, ਜਿਹੜਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਤੇ ਭਰੋਸਾ ਰੱਖਦਾ, ਉਹ ਗੁਰੂ ਕਾ ਸਿੱਖ ਹੈ। ਜਿਹੜਾ ਸਤਿਗੁਰਾਂ ਤੇ ਭਰੋਸਾ ਨਾ ਕਰੇ ਉਹ ਸਿੱਖ ਹੀ ਨਹੀਂ। ਜਿਹਨੂੰ ਧਾਗਿਆਂ ਤਵੀਤਾਂ ਤੇ ਭਰੋਸਾ ਹੋਵੇ, ਜਿਹਨੂੰ ਹੱਥਾਂ ਵਿੱਚ ਪਾਏ ਜਿਹੜੇ ਆ ਪੰਨੇ ਵਗੈਰਾ, ਕੋਈ ਨੀਲਮ ਪਾਈ ਫਿਰਦਾ, ਕੋਈ ਪੁਖਰਾਜ, ਉਹਦੇ ਤੇ ਭਰੋਸਾ ਹੋਵੇ, ਉਹ ਗੁਰੂ ਕਾ ਸਿੱਖ ਨਹੀਂ। ਜਿਹਨੂੰ ਗਲ 'ਚ ਪਾਏ ਤਵੀਤ ਦਾ ਭਰੋਸਾ ਹੋਵੇ, ਗੁਰੂ ਕਾ ਸਿੱਖ ਨਹੀਂ। ਗੁਰੂ ਕਾ ਸਿੱਖ ਉਹ ਹੈ ਜਿਹੜਾ ਕੇਵਲ ਗੁਰੂ ਤੇ ਭਰੋਸਾ ਕਰਦਾ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਬੜੀ ਮੱਠ ਭੂਲ ਨਾ ਮਾਨੈ। ਭੁੱਲ ਕੇ ਵੀ ਗੁਰੂ ਕਾ ਸਿੱਖ ਮੜੀਆਂ ਕਬਰਾਂ ਨੂੰ ਨਹੀਂ ਪੂਜਦਾ, ਧਾਗਿਆਂ ਤਵੀਤਾਂ ਨੂੰ ਨਹੀਂ ਪੂਜਦਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਸਾਡਾ ਨਿਤਨੇਮ ਹੈ ਇਹ ਸਾਡੇ ਨਿਤਨੇਮ ਦਾ ਸਵਈਆ ਰੋਜ਼ ਪੜ੍ਹਦੇ ਹਾਂ ਆਪਾਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਮਹਾਰਾਜ, ਜਿਸ ਦਿਨ ਤੋਂ ਤੁਹਾਡੇ ਚਰਨ ਫੜੇ ਨੇ, ਮੈਂ ਆਪਣੀ ਅੱਖ ਥੱਲੇ ਕਿਸੇ ਦੂਜੇ ਨੂੰ ਨਹੀਂ ਲਿਆਂਦਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ अनेक कहें मत एक न मान्यो। सिमरत शास्त्र वेद सब बहु भेद कहें हम एक न जान्यो। सिर सपान कृपा तुमरी कर मैं न कहो सब तोहे बखान्यो। ਇੱਥੇ ਆ ਕੇ ਫਿਰ ਗੁਰੂ ਕਾ ਸਿੱਖ ਸੰਪੂਰਨ ਰੂਪ ਵਿੱਚ ਆਪਣੇ ਗੁਰੂ ਦੇ ਚਰਨਾਂ 'ਚ ਸਮਰਪਿਤ ਹੁੰਦਿਆਂ ਕਹਿੰਦਾ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਗੁਰਸਿੱਖ ਦਾ ਨਿਸ਼ਚਾ ਹੈ। ਗੁਰੂ ਕਾ ਸਿੱਖ ਕਦੇ ਆਪਣੇ ਗੁਰੂ ਤੋਂ ਬਿਨਾਂ ਸੱਜੇ ਖੱਬੇ ਕਿਸੇ ਦੂਜੇ ਦੀ ਟੇਕ ਨਹੀਂ ਰੱਖਦਾ। ਉਹ ਕਹਿੰਦਾ, ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹੋਰ ਕਿਉਂ ਜਾਈਏ ਕਿਸੇ ਪਾਸੇ ਮੰਗਣ? ਜਿਨ੍ਹਾਂ ਕੋਲ ਮੰਗਣ ਜਾਈਦਾ ਉਹ ਵੀ ਇੱਥੇ ਹੀ ਆਉਂਦੇ ਆ ਮੰਗਣ, ਉਹ ਵੀ ਇੱਥੇ ਹੀ ਆ ਕੇ ਨਮਸਕਾਰਾਂ ਕਰਕੇ ਮਹਾਰਾਜ ਜੀ ਕੋਲੋਂ ਮੰਗਦੇ ਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਉੱਥੇ ਰਾਸ ਲੀਲਾ ਕਰਨ ਵਾਲਿਆਂ ਨੂੰ ਸਦਬੁੱਧੀ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਿਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ।
ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ हे संतः कै सदा संग निधारा आधार हे ठाकुर हों दासरो मैं निर्गुण गुण नहीं कोय नानक दीजै नाम दान राखो हियै परो आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा वाहिगुरु जी की फतेह।